क्या तो पै स्वामी। मानस की गत ही कोट पराध हमारे खंडो। अनेक विधि समझावो। हम अज्ञान अल्प मत थोरी। तुम आपने विरद रखावो। तुमरी शरण तुम्हारी आशा। तुम ही सजन सोहिले। राखो राखनहार दयाला। नानक करके बोले। परम सन्मानी योग जुगो जुग टल चवर छत्र तखत दे मालिक। दया सिंध कृपा निध गुरता गद्दी ते विराजमान सतगुरु। धन धन आद साहिब श्री गुरु ग्रंथ साहिब महाराज जियां दी पावन पवित्र हाजूरी अंदर जुड़ बैठे सर्वत्र माई भाई बहुत वड्डियां भागां वाले हो, जिन्हां उत्ते सतगुरु सच्चे पातशाह जी ने हर साल की तरह कनेरी नदर बख्शिश करके ये सर्व सांझा सालाना गुरमत समागमां की सेवा लई है। ਸਰਬੱਤ ਦੇ ਭਲੇ ਵਾਸਤੇ ਜਗਤ ਗੁਰੂ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਮਨਾਉਂਦਿਆਂ ਗੁਰਮਤਿ ਸਮਾਗਮਾਂ ਵਿੱਚ ਕੱਲ ਰੋਜ਼ ਤੋਂ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਪਿਆਰ ਦੇ ਨਾਲ ਮਹਾਂਪੁਰਸ਼ਾਂ ਦੀ ਮੁਬਾਰਕ ਰਸਨਾ ਤੋਂ ਧਾਰਨਾ ਰੂਪ ਕੀਰਤਨ ਵਿਆਖਿਆ ਆਪ ਜੀ ਸਰਵਣ ਕਰ ਰਹੇ ਸੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਵਡਿਆਈ ਕਰਕੇ ਆਪਾਂ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਨਾਲ ਜੋੜ ਰਹੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਉਹ ਚਰਨ ਹਨ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਲਿਖਦੇ ਨੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਚਰਨ ਜਿਸ ਜਗ੍ਹਾ ਉੱਤੇ ਵੀ ਪਏ, ਸਾਧ ਸੰਗਤ ਉਸੇ ਜਗ੍ਹਾ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੂਜਾ ਹੋਈ। ਜੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੰਦਰਾਂ ਵਿੱਚ ਪੁਜਾਰੀਆਂ ਕੋਲ ਗਏ ਤਾਂ ਉਸ ਮੰਦਰ ਦੇ ਪੁਜਾਰੀ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੂਜਣਾ ਪਿਆ। ਪਾਤਸ਼ਾਹ ਮੱਕੇ ਵਿੱਚ ਜਾਂਦੇ ਨੇ, ਮੌਲਵੀ ਕਾਜੀ ਤੇ ਹਾਜੀ ਪੂਜਦੇ ਨੇ। ਮੱਠਾਂ ਵਿੱਚ ਜਾਂਦੇ ਨੇ ਤੇ 300-300 ਸਾਲ ਦੀ ਉਮਰ ਦੇ ਜੋਗੀ ਪੂਜਦੇ ਨੇ।
ਬੰਗਾਲ ਵਿੱਚ ਨੂਰ ਸ਼ਾਹ ਜਾਦੂਗਰਨੀ ਜਿਹੜੀ ਮੰਤਰ ਪੜ੍ਹ ਕੇ ਭਭੂਤੀ ਉਡਾ ਕੇ ਬੰਦੇ ਨੂੰ ਮੇਂਢਕ ਬਣਾ ਦਿੰਦੀ ਸੀ, ਉਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਉੱਗ ਗਈ। ਬਲੀ ਕੰਧਾਰੀ ਵਰਗੇ, ਕੋਡੇ ਰਾਖਸ਼ ਵਰਗੇ, ਸੱਜਣ ਠੱਗ ਵਰਗੇ ਤੇ ਮਲਕ ਭਾਗੋ ਵਰਗੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਦੇ ਭੌਰੇ ਬਣੇ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਜਿੱਥੇ ਵੀ ਚਰਨ ਪਾਏ, ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੂਜਾ ਹੋਈ। ਹਿੰਦੂਆਂ ਨੇ ਗੁਰੂ ਮੰਨਿਆ, ਮੁਸਲਮਾਨਾਂ ਨੇ ਪੀਰ ਮੰਨਿਆ। 300 ਸਾਲ ਦੀ ਉਮਰ ਦੇ ਜੋਗੀ ਵੀ ਹੱਥ ਜੋੜ ਕੇ ਕਹਿੰਦੇ ਨੇ, ਹੇ ਗੁਰੂ ਨਾਨਕ ਸਾਹਿਬ, ਇਹ ਠੀਕ ਹੈ, ਰਿਧੀਆਂ ਸਿੱਧੀਆਂ ਸਾਡੇ ਕੋਲ ਬਹੁਤ ਨੇ, ਅਸੀਂ ਮੰਤਰ ਪੜ੍ਹ ਕੇ ਸਰੀਰ ਪਲਟ ਲਈਦਾ। ਮੰਤਰ ਪੜ੍ਹ ਕੇ ਉਹ ਸਰੀਰ ਪਲਟ ਕੇ ਜਾਨਵਰ ਸ਼ੇਰ ਬਣ ਜਾਂਦੇ ਸੀ। ਫਰ ਲੱਗ ਕੇ ਆਕਾਸ਼ ਵਿੱਚ ਉੜਨ ਦੀ ਉਹਨਾਂ ਕੋਲ ਰਿਧੀਆਂ ਸਿੱਧੀਆਂ ਸੀ। ਬੈਠੇ ਬੈਠੇ ਮੰਤਰ ਪੜ੍ਹਨ ਤੇ ਸਰੀਰ ਗੁਪਤ ਕਰ ਲੈਂਦੇ ਸੀ। ਇੰਨੀਆਂ ਕਰਾਮਾਤਾਂ ਰਿਧੀਆਂ ਸਿੱਧੀਆਂ ਹੋਣ ਦੇ ਬਾਵਜੂਦ 300 ਸਾਲ ਦੀ ਉਮਰ ਦੇ ਜੋਗੀ ਹੱਥ ਜੋੜ ਕੇ ਕਹਿੰਦੇ ਨੇ, ਹੇ ਗੁਰੂ ਨਾਨਕ ਸਾਹਿਬ, ਉਮਰ ਭਾਵੇਂ ਸਾਡੀ ਵੱਡੀ ਹੈ, ਪਰ ਧੰਨ ਗੁਰੂ ਨਾਨਕ ਜੀ ਕਮਾਈ ਤੁਹਾਡੀ ਵੱਡੀ ਹੈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਆਓ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਜੁੜੀਏ। ਆਪੋ ਆਪਣੀ ਸੁਰਤੀ ਵਿਰਤੀ ਕਾਗਰ ਕਰੋ। ਇੱਕ ਵਾਰ ਕਰੋ ਕਿਰਪਾਲਤਾ, ਸੀਸ ਬਖਸ਼ੋ, ਹਾਜ਼ਰੀ ਲਵਾਓ ਦੋਵੇਂ ਹੱਥ ਜੋੜ ਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਤੇ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਇਹ ਕਿਉਂ ਆਪਾਂ ਵਾਹਿਗੁਰੂ ਜੀ ਦੀ ਫਤਿਹ ਵਾਰ-ਵਾਰ ਬੁਲਾਉਂਦੇ, ਕਿਉਂ ਕਥਾ ਕੀਰਤਨ ਵਿੱਚ ਵਾਰ-ਵਾਰ ਕਹੀਦਾ ਕਿ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ? ਕਿਉਂਕਿ ਭਾਈ ਵਾਹਿਗੁਰੂ ਕਹਿੰਦਿਆਂ ਮੁੱਖ ਉਜਲਾ ਹੁੰਦਾ, ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ, ਵਾਹਿਗੁਰੂ ਕਹਿੰਦਿਆਂ ਰਸਨਾ ਪਵਿੱਤਰ। ਨਹੀਂ ਤਾਂ ਸਵੇਰ ਤੋਂ ਆਪਾਂ ਨੀਂਦ ਤੋਂ ਜਾਗੇ ਹਾਂ, ਇਮਾਨਦਾਰੀ ਨਾਲ ਸੋਚਿਓ, ਸਾਰਾ ਦਿਨ ਸਵੇਰ ਤੋਂ ਲੈ ਕੇ ਹੁਣ ਤੱਕ ਸੰਸਾਰੀ ਗੱਲਾਂ ਕੀਤੀਆਂ ਨੇ, ਪਰਿਵਾਰ ਦੀਆਂ ਗੱਲਾਂ ਕੀਤੀਆਂ ਨੇ, ਕਾਰੋਬਾਰ ਦੀਆਂ ਗੱਲਾਂ ਕੀਤੀਆਂ ਨੇ, ਰਿਸ਼ਤੇਦਾਰਾਂ ਦੀਆਂ ਗੱਲਾਂ ਕੀਤੀਆਂ ਨੇ। ਜੇ ਕੋਈ ਲੇਟ ਤੋਂ ਲੇਟ ਵੀ ਸਵੇਰੇ ਉੱਠਿਆ ਤਾਂ 6 ਵਜੇ ਤਾਂ ਉੱਠਿਆ ਹੀ ਹੋਏਗਾ। ਤਾਂ ਭਾਈ ਹੁਣ ਰਾਤ ਦੇ 8 ਵੱਜ ਗਏ, 14 ਘੰਟੇ ਜਾਗਿਆਂ ਹੋ ਗਏ। ਔਰ 14 ਘੰਟਿਆਂ ਵਿੱਚ ਇਮਾਨਦਾਰੀ ਨਾਲ ਸੋਚਿਓ, ਹੋ ਸਕਦਾ 14 ਵਾਰ ਵੀ ਆਪਾਂ ਵਾਹਿਗੁਰੂ ਨਹੀਂ ਕਿਹਾ। ਸੰਗਤ ਵਿੱਚ ਬੈਠਿਆਂ ਵਾਹਿਗੁਰੂ ਜਪਿਆ ਜਾਂਦਾ ਹੈ, ਫਿਰ ਇਹ ਰਸਨਾ ਧਨਤਾ ਯੋਗ ਹੋ ਜਾਂਦੀ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਜਦੋਂ ਇਹ ਰਸਨਾ ਵਾਹਿਗੁਰੂ ਕਹਿੰਦੀ ਉਦੋਂ ਪਵਿੱਤਰ ਆ। ਜਦੋਂ ਇਹ ਰਸਨਾ ਰਾਮ, ਅੱਲਾ, ਵਾਹਿਗੁਰੂ, ਗੋਬਿੰਦ, ਗੋਪਾਲ, ਰੱਬ ਦਾ ਨਾਮ ਲੈਂਦੀ, ਉਦੋਂ ਧਨਤਾ ਯੋਗ ਹੈ। ਨਹੀਂ ਤਾਂ ਇਹ ਜਿਹੜੀ ਰਸਨਾ ਹੈ, ਇਹ ਸਾਧ ਸੰਗਤ 2 ਇੰਦਰੀਆਂ ਦਾ ਕੰਮ ਕਰਦੀ, ਇੱਕ ਗਿਆਨ ਇੰਦਰਾ, ਇੱਕ ਕਰਮ ਇੰਦਰਾ। ਗਿਆਨ ਇੰਦਰੇ ਦਾ ਭਾਵ ਹੈ ਵੀ ਇਹ ਜ਼ੁਬਾਨ ਜਿਹੜੀ ਹੈ ਨਾ, ਜੀਵ, ਇਹ ਪਦਾਰਥਾਂ ਦਾ ਸਵਾਦ ਦੱਸਦੀ ਆ, ਮਿੱਠਾ ਹੈ, ਕੌੜਾ ਹੈ, ਲੂਣਾ ਹੈ, ਸਲੂਣਾ ਹੈ, ਜੀਵ ਦੱਸਦੀ। ਕਰਮ ਇੰਦਰਾ ਇਸ ਲਈ ਹੈ ਵੀ ਇਹ ਬੋਲਦੀ ਹੈ, ਇਹਦੇ ਨਾਲ ਸੰਸਾਰ ਨਾਲ ਗੱਲਾਂ ਕਰਦੇ ਸਾਂਝ ਪੈਂਦੀ। ਪਰ ਇਹ ਇੰਦਰਾ ਉਦੋਂ ਧਨਤਾ ਯੋਗ ਹੈ ਜਦੋਂ ਰਸਨਾ ਰੱਬ ਦਾ ਨਾਮ ਜਪੇ। ਤਾਈਓ ਹਜ਼ੂਰ ਨੇ ਕਿਹਾ ਇਹ ਤੇਰੀ ਰਸਨਾ ਜਿਹੜੀ ਹੈ, ਇਹ ਭਾਈ ਕਰਮ ਇੰਦਰਾ ਹੈ, ਗਿਆਨ ਇੰਦਰਾ ਹੈ। ਜਦੋਂ ਤੂੰ ਗਿਆਨ ਵਾਸਤੇ ਭੋਜਨ ਪ੍ਰਸ਼ਾਦਾ ਛਕਣ ਵਾਸਤੇ ਤੂੰ ਥਾਲ ਮੂਹਰੇ ਪਰੋਸਦਾ ਹੈ,
ਇਸ ਜ਼ਬਾਨ ਨਾਲ ਮਿੱਠਾ ਖੱਟਾ ਲੂਣਾ ਸਲੂਣਾ ਮਿਰਚ ਵੇਖਣ ਤੋਂ ਪਹਿਲਾਂ ਇੱਕ ਵਾਰ ਉਸ ਰੱਬ ਨੂੰ ਧਿਆਇਆ ਕਰ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਹੁਣ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਹੋਰਾਂ ਨਾਨਕ ਪ੍ਰਕਾਸ਼ ਲਿਖਿਆ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਤਿਹਾਸ ਲਿਖਣ ਲੱਗਿਆ ਉਹਨੇ ਕੁਝ ਦੋਹਰੇ ਲਿਖੇ ਨੇ। ਇੱਕ ਕਵਿਤ ਮੈਂ ਤੁਹਾਡੇ ਸਮਕਸ਼ ਰੱਖਾਂ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਡਿਆਈ ਕਰਦਿਆਂ ਭਾਈ ਸੰਤੋਖ ਸਿੰਘ ਲਿਖਦੇ, ਦੁਨੀਆ ਦੇ ਲੋਕੋ ਗੁਰੂ ਨਾਨਕ ਦੇ ਚਰਨ ਕੋਈ ਕਹਿੰਦਾ ਕਿ ਭਾਰ ਜਾਤ ਦਰਖਤ ਵਰਗੇ ਨੇ, ਕਿਉਂਕਿ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਗੁਰੂ ਨਾਨਕ ਸਾਹਿਬ ਦੇ ਚਰਨ ਜਿਹੜੇ ਨੇ ਕਹਿੰਦੇ ਉਹ ਭਾਰ ਜਾਤ ਦਰਖਤ ਵਰਗੇ ਨੇ। ਜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਦੌਲਤਾਂ ਦਾਈ ਨੇ ਆਪਣੇ ਹੱਥਾਂ ਨਾਲ ਛੂਹੇ ਤਾਂ ਪਹਿਲੀ ਝਲਕ ਵਿੱਚ ਹੀ ਦੌਲਤਾਂ ਸੱਚ ਨਾਮ ਦੀ ਦੌਲਤ ਨਾਲ ਰੱਜ ਗਈ। ਇਤਿਹਾਸ ਕਹਿੰਦਾ ਦੌਲਤਾਂ ਦੇ ਭਾਗ ਇੰਨੇ ਵੱਡੇ ਹੋ ਗਏ, ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਜਿਹੜੇ ਨੇ, ਜਨਮ ਦੇਣ ਵਾਲੀ ਮਾਂ ਤ੍ਰਿਪਤਾ ਨੂੰ ਵੀ ਦਰਸ਼ਨ ਬਾਅਦ ਵਿੱਚ ਹੋਏ ਨੇ। ਗੁਰੂ ਨਾਨਕ ਸਾਹਿਬ ਦੇ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਦਰਸ਼ਨ ਹੋਏ ਦੌਲਤਾਂ ਦਾਈ ਨੂੰ। ਦੁਨੀਆ ਵਿੱਚ ਜੇ ਕਿਸੇ ਨੇ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾਂ ਵੇਖਿਆ ਉਹ ਦੌਲਤਾਂ ਦਾਈ ਨੇ ਵੇਖਿਆ। ਉਹਦੀਆਂ ਅੱਖਾਂ, ਉਹਦਾ ਜਨਮ ਕਿੰਨਾ ਭਾਗਾਂ ਵਾਲਾ, ਵੱਡੇ ਕਰਮਾਂ ਵਾਲੀ ਹੋ ਗਈ। ਇਤਿਹਾਸ ਕਹਿੰਦਾ ਪਹਿਲੀ ਝਲਕ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਇਹਨਾਂ ਹੱਥਾਂ ਨਾਲ ਗੁਰੂ ਨਾਨਕ ਸਾਹਿਬ ਦੇ ਚਰਨ ਛੂਹੇ, ਦੌਲਤਾਂ ਸੱਚ ਦੀ ਦੌਲਤ ਨਾਲ ਰੱਜ ਗਈ। ਪਾਤਸ਼ਾਹ ਦੇ ਪ੍ਰਕਾਸ਼ ਤੋਂ ਬਾਅਦ ਦੌਲਤਾਂ ਦਾਈ ਨੇ ਤਲਵੰਡੀ ਵਿੱਚ ਦਾਈ ਪੁਣੇ ਦਾ ਕੰਮ ਛੱਡ ਦਿੱਤਾ। ਉਹਨੇ ਕਿਹਾ ਅੱਜ ਤੋਂ ਬਾਅਦ ਮੈਂ ਦਾਈ ਪੁਣੇ ਦਾ ਕੰਮ ਨਹੀਂ ਕਰਾਂ। ਜਿਹਦੇ ਘਰ ਵਿੱਚ ਦਾਈ ਦਾ ਮੈਂ ਕੰਮ ਕਰਨ ਜਾਂਦੀ ਆ, ਅੱਜ ਤੱਕ ਮੈਂ ਲੋਕਾਂ ਕੋਲੋਂ ਭਟਾਵਾਂ ਮੰਗਦੀ ਰਹੀ, ਅੱਜ ਤੱਕ ਲੋਕਾਂ ਕੋਲੋਂ ਵਧਾਈਆਂ ਮੰਗਦੀ ਰਹੀ। ਵੇ ਜੇ ਤੇਰੇ ਪੁੱਤਰ ਹੋਇਆ ਮੈਨੂੰ 2 ਕੱਪੜੇ ਦੇ ਦੇਈਂ, ਜੇ ਤੇਰੇ ਪੁੱਤਰ ਹੋਇਆ ਮੈਨੂੰ ਦਾਣੇ ਦੇ ਦੇਈਂ, ਜੇ ਤੇਰੇ ਪੁੱਤਰ ਹੋਇਆ ਮੈਨੂੰ ਇੰਨੀ ਮਾਇਆ ਦੇ ਦੇਈਂ। ਅੱਜ ਤੱਕ ਮੈਂ ਲੋਕਾਂ ਕੋਲੋਂ ਵਧਾਈ ਮੰਗਦੀ ਰਹੀ, ਅੱਜ ਮੈਂ ਸੱਚਮੁੱਚ ਵੱਡੇ ਭਾਗਾਂ ਵਾਲੀ ਹੋ ਗਈ। ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਦੌਲਤਾਂ ਦਾਈ ਨੇ ਦਾਈ ਪੁਣੇ ਦਾ ਕੰਮ ਨਹੀਂ ਕੀਤਾ। ਕਹਿੰਦੇ ਨੇ ਐਸੇ ਵਿਸਮਾਦ ਤੇ ਵਿਰਾਗ ਵਿੱਚ ਚਲੀ ਗਈ। ਦੌਲਤਾਂ ਨੇ ਦਾਈ ਦਾ ਕੰਮ ਛੱਡ ਦਿੱਤਾ। ਕੁਝ ਮਹੀਨਿਆਂ ਬਾਅਦ ਤਲਵੰਡੀ ਵਿੱਚ ਇਸ ਗੱਲ ਦੀ ਉਪਮਾ ਹੋ ਗਈ ਕਿ ਦੌਲਤਾਂ ਇੰਨੀ ਭਾਗਾਂ ਵਾਲੀ ਹੈ, ਸੱਚ ਨਾਮ ਦੀ ਦੌਲਤ ਨਾਲ ਰੱਜ ਗਈ ਹੈ। ਜਿਹੜਾ ਦੌਲਤਾਂ ਦਾਈ ਦੇ ਘਰ ਅੱਗਿਓਂ ਲੰਘਣ ਲੱਗਿਆ ਮਨ ਚ ਧਾਰ ਲੈ ਕੇ ਮੇਰੇ ਘਰ ਆ ਕੁਝ ਆ ਜਾਏ। ਕਹਿੰਦੇ ਨੇ ਜਿਹਨੂੰ ਦੌਲਤਾਂ ਕਹਿ ਦੇਵੇ ਜਾ ਤੇਰੇ ਪੁੱਤਰ ਹੋਣੇ, ਉਹਦੇ ਪੁੱਤਰ ਹੋ ਜਾਂਦੇ। ਜਿਹਨੂੰ ਦੌਲਤਾਂ ਕਹਿ ਦੇਵੇ ਜਾ ਤੈਨੂੰ ਆ ਕੁਝ ਮਿਲੇਗਾ, ਦੌਲਤਾਂ ਦੀ ਜ਼ੁਬਾਨ ਦੇ ਬੋਲ ਸੱਚ ਹੋਣ ਲੱਗ ਪਏ। ਲੋਕੀ ਦੌਲਤਾਂ ਨੂੰ ਪੁੱਜਣ ਲੱਗ ਪਏ, ਲੋਕੀ ਦੌਲਤਾਂ ਦੇ ਘਰ ਨੂੰ ਮੱਥਾ ਟੇਕਣ ਲੱਗ ਪਏ। ਇੱਕ ਵਕਤ ਆਇਆ ਜਿੱਦਣ ਫਿਰ ਬੇਬੇ ਨਾਨਕੀ ਦੌਲਤਾਂ ਦਾਈ ਨੂੰ ਤੇ ਤੁਲਸਾਂ ਬਾਈ ਨੂੰ ਆਪਣੇ ਨਾਲ ਸੁਲਤਾਨਪੁਰ ਲੋਧੀ ਲੈ ਗਏ। ਖੈਰ ਭਾਈ ਸੰਤੋਖ ਸਿੰਘ ਲਿਖਦੇ, ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਚਰਨ ਪਾਰਜਾਤ ਦਰਖਤ ਵਰਗੇ ਨੇ। ਪਾਰਜਾਤ ਦਰਖਤ ਜਿਹੜੇ ਸਨਾਤਨੀ ਮਤ ਹਿੰਦੂ ਮਤ ਵਿੱਚ 14 ਰਤਨ ਸਮੁੰਦਰ ਚੋਂ ਪ੍ਰਗਟ ਹੋਏ ਨੇ, ਉਹਨਾਂ ਦੇ ਗ੍ਰੰਥਾਂ 'ਚ ਲਿਖਿਆ ਜਦੋਂ ਦੇਵਤਿਆਂ ਤੇ ਦਾਨਵਾਂ ਨੇ ਸਮੁੰਦਰ ਰਿੜਕਿਆ 14 ਰਤਨਾਂ ਵਿੱਚੋਂ ਇੱਕ ਪਾਰਜਾਤ ਦਰਖਤ ਪ੍ਰਗਟ ਹੋਇਆ। ਪਾਰਜਾਤ ਦਰਖਤ ਸਵਰਗ ਦਾ ਉਹ ਦਰਖਤ ਮੰਨਿਆ ਜਾਂਦਾ ਹੈ ਜਿਹਦੀ ਛਾਵੇਂ ਬਹਿ ਕੇ ਜੋ ਮਨ ਵਿੱਚ ਧਾਰ ਲਓ ਉਹ ਇੱਛਾ ਪੂਰੀ ਹੋ ਜਾਂਦੀ। ਉਸ ਦਰਖਤ ਦੀ ਛਾਵੇਂ ਬਹਿ ਕੇ ਜੋ ਮਨ ਵਿੱਚ ਧਾਰੋ ਉਹ ਇੱਛਾ ਪੂਰੀ ਹੁੰਦੀ। ਇਹ ਸਨਾਤਨੀ ਮਤ ਮੰਨਦਾ ਹੈ। ਤੇ ਭਾਈ ਸੰਤੋਖ ਸਿੰਘ ਲਿਖਦੇ, ਲੋਕੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਚਰਨ ਪਾਰਜਾਤ ਦਰਖਤ ਵਰਗੇ ਨੇ। ਕੋਈ ਕਵੀ ਲਿਖਦਾ ਗੁਰੂ ਨਾਨਕ ਦੇ ਚਰਨ ਪਾਰਜਾਤ ਰੁੱਖ ਵਰਗੇ ਨੇ। ਕਿਉਂ? ਜਿਹੜਾ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਜੋ ਮੰਗ ਲੈ ਉਹਦੀ ਇੱਛਾ ਪੂਰੀ ਹੋ ਜਾਂਦੀ। ਅਗਲੀ ਗੱਲ ਫਿਰ ਲਿਖੀ, ਕਹਿੰਦੇ ਕੋਈ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਚਰਨ ਕਮਲ ਦੇ ਫੁੱਲ ਵਰਗੇ। ਕਮਲ ਦਾ ਫੁੱਲ ਚਿੱਕੜ ਵਿੱਚ ਨਿਰਲੇਪ ਰਹਿੰਦਾ ਹੈ। ਕਮਲ ਦਾ ਫੁੱਲ ਚਿੱਕੜ ਵਿੱਚ ਰਹਿੰਦਿਆਂ ਵੀ ਚਿੱਕੜ ਤੋਂ ਨਿਰਲੇਪ ਹੈ। ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਲੈ
वो संसार दी मोह माया विकारां दे चिक्कड़ां तो निर्लेप हो जाता है। इसलिए गुरु नानक साहब दे चरण कवल दे फुल वर्गे ने। दोवें पंक्तियां लिखण तो बाद कवि संतोख सिंह कहंदे मैं इस गल नाल सहमत नहीं। गुरु नानक साहब दे चरण पारजात दरखत वर्गे नहीं हो सकते। गुरु नानक साहब दे चरनां वर्गा कमल दा फुल नहीं हो सकता। गुरु नानक साहब दे चरनां दी उपमा पारजात दरखत नाल नहीं दित्ती जा सकती। क्यों कहंदे पारजात दरखत विच भी कमी है ते कमल दे फुल विच भी कमी है। मेरे गुरु नानक साहब दे चरनां विच कोई कमी नहीं। हुण पारजात दरखत विच की कमी है? भाई संतोख सिंह होरां कवित लिखिआ है, शुरू किया कोऊ कवि उपमा सो देत पार जात पग। पग कहंदे पैरां नूं। कहंदे कोऊ कवि उपमा सो देत पार जात पग। कोऊ कहे गुरु पग कमल अमल है। कोई कहंदा गुरु दे पैर गुरु दे चरण कमल दे फुल वर्गे ने। दुनिया दे लोको पार जात दरखत नाल तशबीह नहीं दित्ती जा सकती। क्यों? पारजात दरखत सिर्फ इछावां पूरियां करदा है। पारजात दरखत किसी नूं मुक्ति नहीं दिंदा। मेरे गुरु नानक दे चरनां दी वडियाई है। जे कोई ध्यान धर के मंगे गुरु नानक दे चरनां चों इछावां भी पूरियां हुंदियां ने और गुरु नानक दे चरनां दा ध्यान धरन वाला मुक्त भी हुंदा है। पारजात दरखत थल्ले ध्यान धर के कोई मुक्ति नहीं लै सकिया। कल्लियां इछावां पूरियां करदा वो दरखत, पर उस दरखत की शामे खलो के मुक्ति नहीं। गुरु नानक साहब के चरणों का ध्यान धरन वाला मुक्त भी है ते इछावां भी पूरियां होणगियां। गुरु नानक के घर चों आवाज आएगी, इस दर ते जो मन के अंदर इच्छा धारे इच्छा पूरियां होंदियां। साध संगत अगली गल भाई संतोख सिंह होरां लिखी कमल का फुल। कहंदे कमल के फुल च भी कमी है। कमल का फुल सूरज चढ़दा है तो सूरज दीयां किरणां नाल खिलदा है। दिने कमल का फुल चिक्कड़ विच खिड़िया रहिंदा है। रात पैंदी है जिवें जिवें सूरज ढलदा है कमल के फुल दीयां पंखड़ियां बंद हो जांदियां ने। रात पैंदी है कमल का फुल का खिड़ाओ रुक जांदा है। कमल के फुल की खुशबू बंद हो जाती है। कमल का फुल फिर अपनियां पंखड़ियां बंद करके सुंगड़ जांदा है। पर मेरे धन गुरु नानक साहब के चरण दिने भी सुखदाई ने ते सज्जनों कोई अद्धी रात नूं भी दुखी गुरु नानक नूं ध्याए उस दुखी बंदे दे दुख दूर हुंदे ने। ये नहीं कि गुरु दे चरण दिने सुख दिंदे ने राती कोई याद करे तो गुरु सहायता नहीं करता। दिने भी गुरु सहाई है राती भी गुरु सहायता करदा है। इस दर का कोई समा कोई वक्त नहीं है कि जी सवेर तो शाम तक गुरु नानक के चरणों के विचों सुख मिलता है। राती कोई दुखियारा बंदा अरदास करे तो अरदास नहीं पूरी हुंदी। नहीं, गुरु के चरण अठे पहर सुखदाई ने। दिने कोई ध्यावे तां भी सुख, कोई राती ध्यावे तां भी गुरु के चरणों च सुख। कमल का फुल तां दिने खिड़दा है, राती ओदियां पंखड़ियां सुंगड़ जांदियां ने। रात सूरज डुबदा है, कमल का फुल फिर चिक्कड़ में डुब जाता है। पर गुरु के चरण दिने भी सहायता करनगे राती भी सहायता करनगे। जाम गुरु होए वल धने क्या गर्भ दिजै, जाम गुरु होए वल लख बाहें क्या पिछे। अठे पहर गुरु सहायता करदा, 24 घंटे 24 आवर गुरु नाल रहिंदा। दो कालंग परनासी दयालंग स्वरूपे सदा अंग संगे अपंगंग बेपूते। भाई संतोख सिंह लिखदे कोऊ कवि उपमा सो देत पार जात पग। कोऊ कहे गुरु पग कमल अमल है। जो पार जात कहने जेड़ा पार जात दरखत है ना चितनगत दान नहीं। कहने भाई वो इच्छा पूरी तो करदा होएगा पर मुक्ति थोड़ी दिंदा है। जो पार जात ना चितन गत दान नहीं। अमल कमल रैन विखे मुख मिल है। रात पैंदी कमल का फुल फिर चिक्कड़ च डुब जाता है। पर मेरे गुरु के चरण वेखो, धन गुरु नानक साहब के चरण जिन्होंने भाई गुरदास जी कहते जिथे बाबा पैर धरे पूजा आसन थापण सोआ। वो किन्ने वड्डे ने। भाई संतोख सिंह लिखते कहते जो पार जात ना चितन गत दान नाही। अमल कमल रैन विखे मुख मिल है। वह तो सहचेत देत कामना भगत निज। वासर और रजनी में एक से सतुल है। वासर कहते दिन नूं, रजनी कहते रात नूं।
ਕਹਿੰਦੇ ਦਿਨ ਰਾਤ ਗੁਰੂ ਨਾਨਕ ਸਾਹਿਬ ਦੇ ਚਰਨ ਸੁਖਦਾਈ ਨੇ। ਪੁੱਛਿਆ ਫਿਰ ਗੁਰੂ ਦੇ ਚਰਨਾਂ ਦੀ ਉਪਮਾ ਕਰਨੀ ਹੋਵੇ ਕੀ ਕਹਿਣਾ ਚਾਹੀਦਾ? ਕਾਹਦੇ ਨਾਲ ਤਸ਼ਬੀਹ ਦਈਏ ਗੁਰੂ ਦੇ ਚਰਨਾਂ ਦੀ? ਗੁਰੂ ਨਾਨਕ ਦੇ ਪੈਰ, ਗੁਰੂ ਨਾਨਕ ਸਾਹਿਬ ਦੇ ਚਰਨ ਕਿਹੋ ਜਿਹੇ ਨੇ? ਫਿਰ ਭਾਈ ਸੰਤੋਖ ਸਿੰਘ ਲਿਖਿਆ, ਜੇ ਮੇਰੇ ਤੋਂ ਕੋਈ ਪੁੱਛੇ, ਕਹਿੰਦੇ ਗੁਰੂ ਨਾਨਕ ਦੇ ਚਰਨਾਂ ਦੀ ਤਸ਼ਬੀਹ ਦੇਣੀ ਹੋਵੇ, ਮੇਤੋਂ ਪੁੱਛੇ ਗੁਰੂ ਨਾਨਕ ਦੇ ਚਰਨਾਂ ਦੀ ਤਸ਼ਬੀਹ ਕਿਹੜੀ ਚੀਜ਼ ਨਾਲ ਦਈਏ? ਕਹਿੰਦੇ ਫਿਰ ਇੱਕੋ ਹੀ ਜਵਾਬ ਹੈ, ਉਹ ਦੁਨੀਆ ਦੇ ਲੋਕੋਂ ਇਸ ਧਰਤੀ ਤੇ ਐਸੀ ਕੋਈ ਸ਼ੈ ਪੈਦਾ ਨਹੀਂ ਹੋਈ ਜਿਹਦੇ ਨਾਲ ਗੁਰੂ ਨਾਨਕ ਦੇ ਚਰਨਾਂ ਦੀ ਤੁਲਨਾ ਕਰੀਏ। ਮੇਰੇ ਗੁਰੂ ਨਾਨਕ ਦੇ ਚਰਨ ਗੁਰੂ ਨਾਨਕ ਦੇ ਚਰਨਾਂ ਵਰਗੇ ਹੀ ਆ, ਹੋਰ ਕਿਸੇ ਚੀਜ਼ ਨਾਲ ਕੋਈ ਤੁਲਨਾ ਨਹੀਂ ਦਿੱਤੀ ਜਾ ਸਕਦੀ। ਕਹਿੰਦੇ ਜੇ ਕੋਈ ਮੇਰੇ ਤੋਂ ਪੁੱਛੇ ਕਿ ਗੁਰੂ ਦੇ ਚਰਨ ਕਿਹੋ ਜਿਹੇ ਨੇ, फिर तो बह तो सहचेत देत कामना भगत निज वस्त्र और रजनी में एक से सतुल है लखे पद आदर न पार जात कमल को तांते पग पग पार जात न कमल है गुरु दे चरण सिर्फ गुरु दे चरणा वर्गे। इनू साध संगत रोज आपां प्यार च पढ़ी दे कि जिथे जाए बह है मेरा सतगुरु सो थान सुहावा राम राजे। ਜਾਂ ਤੁਸੀਂ ਪੜ੍ਹਦੇ ਹੋ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ। ਜਿਨੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰ ਪਾਏ ਉਹ ਤੁਲਸਾਂ ਬਾਈ ਘਰ ਦੀ ਨੌਕਰਾਨੀ ਤਰ ਗਈ, ਦੌਲਤਾਂ ਦਾਈ ਤਰ ਗਈ। ਜਿਨੇ ਜਿਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦੀਦਾਰ ਪਾਏ ਉਹ ਬੰਦੇ ਜਨਮ ਮਰਨ ਤੋਂ ਮੁਕਤ ਹੋ ਗਏ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ इस धरती ते सन 1469 ईस्वी नूं राए भोए दी तलवंडी, उस तलवंडी विच रहिंदा एक परिवार है जिन्हों वेदियां दे कुल दे बजुर्ग बाबा नारायण दास बेदी कहंदे ने। नारायण दास बेदी धन गुरु नानक साहब दे दादा जी ने, माता बनारसी देवी गुरु नानक साहब दे दादी जी ने। उस बाबे नारायण दास दे घर दो पुत्रां दा जन्म होया। ਵੱਡੇ ਦਾ ਨਾਮ ਮਹਿਤਾ ਕਾਲੂ ਰੱਖਿਆ, ਛੋਟੇ ਦਾ ਨਾਮ ਭਾਈ ਲਾਲੂ ਰੱਖਿਆ। ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਂ ਤ੍ਰਿਪਤਾ ਜੀ ਦੀ ਪਾਵਨ ਕੁੱਖ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ। ਹੁਣ ਸੁਣਿਓ, ਇਸ ਧਰਤੀ ਤੇ ਪਾਤਸ਼ਾਹ ਨੇ ਇੱਕ ਕ੍ਰਾਂਤੀਕਾਰੀ ਧਰਮ ਸ਼ੁਰੂ ਕੀਤਾ। ਧਰਮ ਸ਼ੁਰੂ ਕਰਨ ਦਾ ਮਤਲਬ ਇਹ ਨਹੀਂ ਸੀ ਵੀ ਅਸੀਂ ਕੋਈ ਮੁਕਾਬਲਾ ਕਰਨਾ, ਕੋਈ ਕੰਪੀਟੀਸ਼ਨ ਕਰਨਾ, ਵੀ ਦੂਜੇ ਧਰਮ ਚੱਲਦੇ ਨੇ ਆਪਾਂ ਵੀ ਸ਼ੁਰੂ ਕਰਨਾ, ਨਹੀਂ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਮੈਲ ਤੋਂ ਰਹਿਤ ਇੱਕ ਰਸਤਾ ਸ਼ੁਰੂ ਕੀਤਾ, ਇੱਕ ਪੰਥ ਸ਼ੁਰੂ ਕੀਤਾ, ਉਹਦਾ ਨਾਮ ਰੱਖਿਆ ਨਿਰਮਲ ਪੰਥ। ਇਹ ਪੰਥ ਤੁਹਾਨੂੰ ਪਰਮਾਤਮਾ ਤੱਕ ਲੈ ਕੇ ਜਾਏਗਾ, ਪਰ ਸ਼ਰਤ ਇੱਕ ਹੈ, ਇਹਦੇ ਉੱਤੇ ਚੱਲਣ ਵਾਲਾ ਮੈਲ ਤੋਂ ਰਹਿਤ ਹੋਵੇ। ਫਿਰ ਕਈਆਂ ਸਵਾਲ ਕੀਤਾ, ਮਹਾਰਾਜ ਜਿਹੜੇ ਦੂਜੇ ਪੰਥ ਚੱਲ ਰਹੇ ਨੇ, ਕੀ ਕੋਈ ਹਿੰਦੂ ਮਤ, ਮੁਸਲਮਾਨ ਮਤ, ਜੈਨ ਮਤ, ਬੁੱਧ ਮਤ, ਜਿਹੜੇ ਹੋਰ ਧਰਮ ਚੱਲ ਰਹੇ ਨੇ, ਉਹਨਾਂ ਵਿੱਚ ਕੋਈ ਮੈਲ ਕਪਟ ਹੈ? ਸਵਾਲ ਪੈਦਾ ਹੁੰਦਾ। ਪਾਤਸ਼ਾਹ ਨੇ ਨਿਰਮਲ ਪੰਥ ਤੋਰਿਆ, ਜਿਹੜੇ ਦੂਜੇ ਪੰਥ ਉਹ ਮੈਲ ਵਾਲੇ ਨੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਸੇ ਦੇ ਧਰਮ ਦੀ ਨਿੰਦਿਆ ਨਹੀਂ ਕੀਤੀ, ਨਾ ਕਿਸੇ ਦੇ ਧਰਮ ਨੂੰ ਮਾੜਾ ਕਿਹਾ, ਨਾ ਕਿਸੇ ਦੇ ਧਾਰਮਿਕ ਗ੍ਰੰਥ ਨੂੰ ਮਾੜਾ ਕਿਹਾ। ਆਹ ਚੀਜ਼ ਜ਼ਿੰਦਗੀ ਵਿੱਚ ਯਾਦ ਰੱਖਿਓ, ਤੁਹਾਨੂੰ ਪ੍ਰਾਊਡ ਵੀ ਹੋਏਗਾ। ਗੁਰੂ ਦਾ ਸਿੱਖ ਨਾ ਕਿਸੇ ਦੇ ਧਰਮ ਦੀ ਤੋਹੀਨ ਕਰਦਾ, ਨਾ ਕਿਸੇ ਦੇ ਧਰਮ ਦੇ ਧਾਰਮਿਕ ਗ੍ਰੰਥ ਦੀ ਤੋਹੀਨ ਕਰਦਾ। ਅੱਜ ਤੱਕ ਸਿੱਖਾਂ ਨੇ ਕਿਸੇ ਦੇ ਗ੍ਰੰਥ ਦੀ ਤੋਹੀਨ ਨਹੀਂ ਕੀਤੀ। ਹਾਂ, ਸਾਡੇ ਨਾਲ ਈਰਖਾ ਕਰਨ ਵਾਲਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ, ਪਰ ਮਾਫ ਕਰਿਓ, ਬਦਲੇ ਵਿੱਚ ਸਿੱਖ ਨੇ ਕਦੇ ਕਿਸੇ ਦੀ ਨਰਾਦਰੀ ਨਹੀਂ ਕੀਤੀ। ਅੱਜ ਤੱਕ ਪੂਰੇ ਵਰਲਡ ਦੇ ਅੰਦਰ ਕਿਸੇ ਇੱਕ ਵੀ ਸਿੱਖ ਉੱਤੇ ਕੋਈ FRI ਦਰਜ ਨਹੀਂ ਕਿ ਸਿੱਖ ਨੇ ਰੋਹ ਵਿੱਚ ਆ ਕੇ ਦੂਜੇ ਧਰਮ ਦੇ ਗ੍ਰੰਥ ਨੂੰ ਪਾੜਿਆ ਹੋਵੇ, ਸਿੱਖ ਨੇ ਰੋਹ ਵਿੱਚ ਆ ਕੇ ਦੂਜੇ ਧਰਮ ਦੇ ਗ੍ਰੰਥ ਦੀਆਂ ਪੋਥੀਆਂ ਦੀ ਤੋਹੀਨ ਕੀਤੀ ਹੋਵੇ, ਸਿੱਖ ਨੇ ਗੁੱਸੇ ਵਿੱਚ ਆ ਕੇ ਕਿਸੇ ਦੇ ਧਾਰਮਿਕ ਸਥਲ ਦੀ ਬੇਅਦਬੀ ਕੀਤੀ ਹੋਵੇ। ਨਹੀਂ, ਸਿੱਖ ਕਦੇ ਕਿਸੇ ਦੇ ਧਾਰਮਿਕ ਗ੍ਰੰਥ ਜਾਂ ਧਰਮ ਦੀ ਬੇਅਦਬੀ ਨਹੀਂ ਕਰਦਾ। ਹਾਂ, ਸਾਡੇ ਧਰਮ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ, ਉਹ ਵੱਖਰੀ ਗੱਲ ਹੈ, FRI ਇੰਨੀ ਦਰਜ ਜ਼ਰੂਰ ਹੋਏਗੀ ਕਿ ਬੇਅਦਬੀ ਕਰਨ ਵਾਲਿਆਂ ਦਾ ਸੌਦਾ ਲਾਇਆ, ਅਦਰਵਾਈਜ਼ ਬਦਲੇ ਵਿੱਚ ਬੇਅਦਬੀ ਨਹੀਂ ਕੀਤੀ। ਕਿਉਂਕਿ ਸਿੱਖ ਨੂੰ ਗੁਰੂ ਦਾ ਹੁਕਮ ਹੈ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਗੁਰੂ ਦਾ ਸਿੱਖ ਕਦੇ ਕਿਸੇ ਦੇ ਵੇਦ ਗ੍ਰੰਥਾਂ ਦੀ ਬੇਅਦਬੀ ਨਹੀਂ ਕਰੇਗਾ, ਪਰ ਇੱਕ ਗੱਲ ਤੇ ਸਿੱਖ ਦ੍ਰਿੜ ਰਹੇਗਾ, ਉਹ ਰੋਜ਼ ਪੜਿਆ ਜਾਂਦਾ। ਉਹ ਪਤਾ ਕੀ, ਬੇਅਦਬੀ ਕਿਸੇ ਦੇ ਗ੍ਰੰਥ ਦੀ ਨਹੀਂ,
तौहीन किसी दे धार्मिक ग्रंथ दी नहीं, माड़ा किसी दे ग्रंथ नूं सिख नहीं कहंदा, पर एक गल ते अटल दृढ़ रहिंदा है, रोज पढ़दा पाए गहे जब ते तुमरे, तब ते को आंख तरे नहीं आन्यो, राम रहीम पुराण पुराण अनेक कहे मत एक न मान्यो, सिमरत शास्त्र वेद सबे बहु भेद कहे हम एक न जान्यो, श्री अस्पान कृपा तुमरी कर मैं ना कहो सब तोहे वखान्यो, किसे दी बेअदबी नहीं करे, होर तां होर माफ करियो। एक बाबा पिछे जे थोड़े साल पहला मर गया, उन्हें डेरा बड़ा वड्डा चलाया तुहाडे एरिए विच, इहदे पहाड़ विच, और साध संगत कई साल लोग ट्रालियां भर के ट्रक भर के पंजाबों दे कोल जांदे रहे, क्वांटलों की क्वांटल मिट्टी उत्थों पट के लोग घरां नूं लै गए। उन्हें लोगों च अफवाह उड़ा दी भी जिहड़ा इत्थों मिट्टी लैके जाए, जिहदे गोडे दर्द करते गोडियां ते ला लो गोडे हट जाते हैं, जिन्हों कोई होर दुख बीमारी है मिट्टी खा लो, लोग मिट्टी खाण ला दिते, गोडियां ते लेप करते रहे, क्वांटलों की क्वांटल मिट्टी पट के उहदे डेरे तो लै गए। उन्हें फिर एक ग्रंथ बनाया, कहंदा सिखां दा ग्रंथ 1430 अंग दे, मैं ये बदले में 2860 अंग का ग्रंथ बनाया। उन्हें उहदा नाम भी भवसागर ग्रंथ रख लिया। फिर उन्हें उहदे विच अपनियां फोटोआं लाइयां, किते घोड़े ते बैठा है, किते चौंकड़ा मार के इदां हथ लग, फोटोआं वाले ग्रंथ बना दिते। साध संगत एक विच फोटो उन्हें फिर शेर नाल 5-10 फोटोआं शेर वालियां लाइयां सी। मैं उहदे डेरे गया 96-97 च, तो उत्थे लिखिया होया भी इत्थे बाबा जी नूं शेर मिलण आउंदा है। तो मैं उन्होंने कहा भी सानू भी मिला दिओ। वो कहते नहीं जी और नहीं कोई भी मिल सकता। मैं कहा क्यों? कोई शेर नहीं मिलना आउंदा। साध संगत वो नकली शेर आ जिहड़े सर्कस विच हुंदे, पैसे दे के शेर नाल फोटोआं करा के लो जी बाबा जी नूं शेर मिलना आउंदा। मुड़ के बाबा कई 2.5-3 साल हुशियारपुर जेल विच रहा। हुण उहदे डेरे ते साध संगत परिंदे उत्थे आवाज़ां करदे ने, कोई बंदा नहीं जांदा, डेरे खाली हो गए। 2860 अंग का वड्डा फोटोआं वाला ग्रंथ बनाया, तां भी सिख ने तौहीन नहीं की किसी ने। असीं उहदे उत्ते परचा जरूर दर्ज करवाया कि इन्हें गुरु ग्रंथ साहिब की तौहीन विच शान के खिलाफ आ वचन कहा, पर वो 2860 अंगां दे फोटोआं वाले ग्रंथ की भी बेअदबी नहीं की, उहदे बारे कोई एक भी शब्द नहीं किया। साध संगत ये दुनिया की हकीकत है। कूड़ ने खुट्टे नानका ओढ़त सच रही, एक दिन कूड़ झड़ जाता है। कर्म धर्म पाखंड जो दिसै, तिन जम जगती लुटे। निर्वाण कीर्तन गावो करते का निमक सिमरत जे छुटे। धर्म के नां ते चले पखंड बहुती देर नहीं रहिंदी। ओहदा भोग पै गया, रौला पै गया, क्वांटलों की क्वांटल लोगों को मिट्टी उन्हें चुक के खिलाती उत्थों। साध संगत श्री गुरु नानक साहब का घर है, जिथे कदे किसी के धर्म की बेअदबी नहीं, ना किसी के धर्म की तौहीन, ना किसी के धार्मिक ग्रंथ नूं माड़ा कहा। पातशाह ने पंथ तोड़िया, निर्मल पंथ। और इको गल कही, भाई जिन्हें मेरे नाल विचार करनी हो विचार करो, तकरार दा गुरु कोल कोई रास्ता नहीं। पंडित हजूर नाल विचार करदा है, 7 साल की उम्र में जनेऊ पाउण आउंदा है। हजूर ने कहा, पंडित जी तुहाडे जंजू विच कोई कमी नहीं है, मैं जंजू पाउण लई तैयार हाँ, इनकार नहीं करांगा, पर शर्त एक है, 2 सवाल ने, उन्हां दा जवाब दे। पंडित हरदयाल कहंदे ने, दसो। पातशाह ने कहा, ये जंजू क्यों पहनाया जाता है? उन्हें कहा, धर्म विच लियाउण वास्ते, जंजू पाओगे तुसीं धार्मिक हो जाओगे। श्री गुरु नानक साहब महाराज बोले, किन्ने साल की उम्र विच पाया जाता? कहना जदों बच्चा 6-7-8 साल का हो जाए, कोई भी दिन योग समझ के चौंका पूरिया जाता है, खाना बनाया जाता है, शरीके नूं सद्दिया जाता है, मंत्र पढ़ के जंजू पा दिता जाता है। श्री गुरु नानक साहब महाराज बोले, फिर मेरे नालों 5 साल उम्र विच मेरी भैन वड्डी है, मेरी भैन नूं जंजू क्यों नहीं पाया? पंडित ने जवाब दिता, नहीं नानक, साडे धर्म विच औरतां नूं जनेऊ नहीं पाईदा। क्यों? कहंदा औरत नूं धर्म ग्रहण करन दा अधिकार नहीं है, औरत धर्मी नहीं हो सकती। पातशाह ने तर्क करके कहा, पंडित जी जिस औरत की कुख तो तुसीं जन्म लिया, औरत की कुख तो वड्डे वड्डे राजे ऋषि मुनि अवतारी पुरुष पैगंबर जन्म लेंदे ने, औरत की कुख तो जन्म लैके कोई पैगंबर हो सकता है, फिर औरत धर्मी क्यों नहीं हो सकती?
औरत की कुख तो जन्म लेके तुसी पंडित हो सकते हो, फिर औरत धर्मी क्यों नहीं हो सकती? पंडित को कोई जवाब नहीं सी। हजूर ने कहा जेड़ा धर्म औरत ते मर्द विच वखरेवा पाउंदा है वो धर्म मैनू मंजूर नहीं। मैं तेरे जनेऊ का इनकारी नहीं है, जे है तो पा दे। फिर हजूर ने बचन कहा दया कपा, जे आ जंजू है, दया कपा संतोख सूत, जत गंडी सत वट, यो जनेऊ जी का है ता पांडे घट। है तो पा दे फिर, पर दया होनी चाहिए है। जे तू गवंडी का दुख वेख के खुशी मना रहे, तेनू धार्मिक खवाउण का कोई अधिकार नहीं। गवंडी के दुख में तेरा दिल पिघल जाए, फिर तू दयावान है, फिर तू धर्मी है, क्योंकि दया तो जंजू चाहिए। इहो गल मुसलमान नू कही। मुसलमान 5 वक्त का निवाजी है, तेरिया नवाजा तेनू अल्लाह ताला तक लै जाणगियां, पर शर्त एक है, तेरे दिल विच दया होनी चाहिए। दूजे का दुख वेख के तेरा दिल पिघलना चाहिए। जे तेरा दिल नहीं पिघलिया, किसी के दुख विच खुशी मना रहे, 5 नवाजा भी तेनू परमात्मा तक नहीं पहुंचाउणगियां। मुसलमान मोम दिल होवे, अंतर की मल दिल ते धोवे। इहो गल सिख नू कही, तुसी रोज पढ़ते हो। जिथे हजूर कहेंगे धौल धर्म दया का पूत, अमृत छक लिया, पाठ करा रहे हैं, बाहरी तौर पर कहना मैं सिख हाँ, दान बहुत करदा है, पर जे दूजे का दुख वेख के दया नहीं आती, फिर तू गुरु का सिख नहीं, फिर तेरे अंदर धर्म नहीं पैदा होया। पढ़ो प्यार नाल, धौल धर्म दया का पूत, धौल धर्म, धौल धर्म दया का पूत, संतोख थाप रखिया जिन सूत, जे को बुझे होवे सचियार, तबले ऊपर किताबार। इस चीज नू जे कोई बुझ ले वो सचियार है। सचियार बनना ही रब तक पहुंचने का रस्ता है। ਇਹਦਾ नाम रखिया मारिया सिक्का जगत विच नानक निर्मल पंथ चलाया, मैल तो रहत सचियार। हुण अगे सुनो, हजूर सच्चे पातशाह ने एक क्रांतिकारी गल कही। कहेंगे पंडित जी तुहाडे धर्म विच कोई दोष नहीं है, गायत्री मंत्र पढ़ते हो, गीता पढ़ते हो, रब दे नाम की गल करते हो, चंगी गल है, पर पंडित जी धर्म के नाम उत्ते लोकां नाल धोखा ना करो। वो पुजारी बोलिया जी असी की धोखा कर रहे हैं? साहब ने कहा धर्म निर्मल होना चाहिए, भावें सिख होवे, मुसलमान होवे, हिंदू होवे, ईसाई होवे, बुद्धि होवे, जैनी होवे, जोगी होवे, निर्मल होना चाहिए। धर्म के नाम उत्ते फ्रॉड नहीं होना चाहिए, धर्म के नाम उत्ते धोखा बेईमानी नहीं होनी चाहिए। उन्हें कहा जी असी की कर रहे हैं? पातशाह ने कहा यह धोखा नहीं तो होर की है। किसी के घर विच बच्चा जन्म लैंदा है, तुसीं जाके कहंदे हो तुहाडा बच्चा गंढमूल है, तुहाडे घर विच सूतक है, मैनू बुलाओ, मैं चौंका पूरांगा, मंत्र पढ़ांगा, गंगा दे जल दा छट्टा दवांगा, सारियां दे हत्थ उत्ते फंबड़ियां बन्नांगा, फिर तुहाडा बच्चा दोष मुक्त होए। हजूर ने कहा पंडित जी जेड़े बच्चे ने अजे अखां खोल के वो 4 दीवारी वाला कमरा भी चंगी तरह वेख्या नहीं, जिस बच्चे ने अजे जन्म लिया अखां खोल के घर दे जियां नूं भी चंगी तरह तक्या नहीं, जन्म देण वाली मां नूं भी चंगी तरह पहचानिया देखिया नहीं, वो बच्चा दोषी किवें हो सकता? दोषी तो वो हो सकता है जिहदी 30-40 साल उम्र है, धोखा बेईमानी की है, किसी नाल फ्रॉड की, वो बंदा दोषी हो सकता है। निके जिहे बच्चे ने की दोष किया? वो मंगलीक गंढ मूल ते सूतक किवें हो सकता है? हजूर सच्चे पातशाह ने फिर बचन कहे, कहणगे धर्म के नाम से धोखा है, ये बेईमानी है। माफ करियो अज भी धोखा हो रहा है। लुट्टण वाले आप कहते ने लुटिया जाए, थां थां उत्ते लिखिया होया है, फिर वो लोग नंबर लैके फोन कर लेंगे, वेख्यो जी बच्चे का जन्म होना, वेख्यो गंढ मूल तो नहीं है, मंगलीक तो नहीं है,
फिर तुसी अपने आप वो चीज़ां बनाउण लग पैंदे हो। ये तुहानूं बहुत वड्डा भरम जिहड़ा है बंदे नूं सारी उम्र दुखी करदा है। ये एक साइकोलॉजी इफेक्ट है। वो बंदा कदे बाहरी तौर पर तरक्की नहीं करेगा जिहदे अंदर शंका आ जाए वे शायद मैं मंगलीक हाँ, शायद मैं गंढ मूल हाँ, शायद मेरे च दोष है। सारे दिन रब ने बनाए ने, माफ करियो, कनेडा अमेरिका इंग्लैंड वाले इत्थों बच्चे तुसी बाहर भेज दिओ, इहदा मतलब उन्होंने देशों तरक्की है ताइयों भेज रहे हो। इत्थों 16 लाख रुपया ला के कनेडा अमेरिका भेज रहे हो, यदा मतलब देश तरक्की विच ने ताइयों भेज रहे हो। तो मैनू माफ करियो, उत्थे सोमवार मंगलवार बुधवार शनिवार नहीं हुंदा, आही सूरज उधर चढ़दा है। तुहानूं विग्यानक धर्म में चलना पएगा। पातशाह ने सीधे बचन कहे, जेकर सूतक मन्नी है, चलो सूतक मन लेने, वे बच्चे का जन्म होया घर पवित्र हो गया। कहते फिर 10 कोई जगह है जिथे सूतक नहीं है, 10 कोई जगह है जिथे किसी का जन्म नहीं हुंदा। हर चीज उत्ते कोई ना कोई जीव पैदा हो रहा है। कणक के दाणियां विच जीव पैदा होए, तू चौलों की खीर बनाई है, चौलों विच जीव पैदा होए। जिहड़ियां लकड़ियां बाल के, गोहा बाल के, लकड़ बाल के भोजन बनाया है, गोहे दियां पाथियां ते लकड़ां विच भी कीड़े सी। 10 कित्थे शुद्ध है कुछ? सीधा कहा, जेकर सूतक मन्नीए सब तै सूतक होए, गोहे ते लकड़ी अंदर कीड़ा होए। जिते दाने अन्न के जियां आवाज न कोए, पहला पानी जियो है जित हरिया सब को। दसो पानी विच जीव नहीं है? हुण तां बच्चे पढ़े लिखे ने, स्कूलों चों खुरदबीन नाल दिखा देंगे दही विच किन्ने कीड़े आ जिहड़ा खाने आपां। हालांकि वो शरीर नूं ताकत देने वाले आ, वो डॉक्टर कहंदे वो जरूरी है, तो वो खाने आपां उहदे विच किन्ने जीव पैदा हुंदे। पातशाह ने इन्हां भरमां तो कढ के कहा, हाँ पंडित जी एक सूतक है जितों बंदे नूं बचना चाहिए। यह सूतक दे नाम ते लोकां नाल धोखा ना कर, तेरे पैसे लैण नाल कोई दोष मुक्त नहीं होएगा। हाँ एक काम कर, एक सूतक बंदे नूं चिंबड़िया किते उतर जाए, ਉਹਦਾ जन्म सफल हो जाएगा। जे ये सूतक लगा रह गया, हंसा वर्गा बंदा जन्म मरण विच पएगा, जमा दे वस पै जाएगा। महाराज वो सूतक किहड़ा है? हुण हजूर ने सीधा पंडित नूं मुखातिब होके कहा। पंडित जी दे हथ जुड़ गए, महाराज दसो फिर सूतक किहड़ा है? साहब ने अगला भजन किया, महला पहला मन का सूतक लोभ है। जे मन लोभी है ते मन सूतक विच है, दोषी है। पढ़ो, मन का सूतक लोभ है, जिहवा सूतक कूड़, अखी सूतक विकणा, पर त्रिया पर धन रूप, कन्नी सूतक कन पे लाए ते वारी खाए, नानक हंसा आदमी बदे जमपुर जाहे। पंडित ने हाथ जोड़ के नमस्कार की, उच्ची आवाज विच कहा, मेहता कल्याणदास, तेरे नानक नूं किसे जंजू दी लोड़ नहीं है। जिथे जंजू किसे नूं कई जन्मां तो बाद लेके जांदा है, तेरा नानक पहले ही उस जगह ते पहुंचिया होया है। तेरे नानक नूं जनेऊ दी लोड़ नहीं है। साहब श्री गुरु नानक देव महाराज 12 साल की उम्र हुंदी है, रौला पैंदा जी, मझां चारन गए ते खेतियां उजड़ गईयां। अज उत्थे अस्थान बनया होया, हरियां खेतियां गुरुद्वारा है। श्री गुरु नानक साहब महाराज जी की शिकायत राय बुलार कोल किसान ने की, फसलां हरियां भरियां होईयां। राय बुलार ने हरजाना भरिया कोलों किसान नूं कहा, जिन्ना तेरा नुकसान होया हरजाना मैं भरांगा, पर नानक नूं तूं दोषी ठहरा के इहदे उत्ते दोष ना आयद कर, जिन्ना तेरा नुकसान होया राय बुलार भरेगा। साध संगत, उदण पिता जी ने एक फैसला लिया, नानक नूं किसी काम विच लाउणा चाहिए। जिथे बहिंदे ने कदे पंडित नाल विचार चर्चा करते, कदे किसी नूं कुछ समझाउंदे ने। एक क्रांतिकारी धर्म इस धरती ते शुरू किया। साध संगत, सतयुग, त्रेता, द्वापर ते कलयुग, पहले तिन्ना युगों में धर्म घटदा घटदा कलयुग में इन्ना घट गया,
ਬੰਦਾ ਬੰਦੇ ਨੂੰ ਬੰਦਾ ਨਹੀਂ ਸੀ ਸਮਝ ਰਿਹਾ। ਸ਼ੂਦਰ ਹੱਥਾਂ ਨਾਲ ਕੱਪੜਾ ਤਾਂ ਬੁਣ ਸਕਦਾ ਹੈ, ਕਸੀਕ ਜੁਲਾਹਾ ਉਹਦਾ ਕੰਮ ਹੈ ਕੱਪੜੇ ਬੁਣਨਾ। ਉਹ ਕੱਪੜਾ ਬੁਣਦਾ ਹੈ, ਉਹਦੇ ਹੱਥਾਂ ਦਾ ਬੁਣਿਆ ਹੋਇਆ ਕੱਪੜਾ ਪੁਜਾਰੀ ਪਾ ਤਾਂ ਸਕਦਾ ਹੈ, ਖੱਤਰੀ ਬ੍ਰਾਹਮਣ ਵੈਸ਼ ਉਹਦਾ ਬੁਣਿਆ ਕੱਪੜਾ ਪਾ ਲੈਂਦੇ ਨੇ, ਪਰ ਉਹਨੂੰ ਸ਼ੂਦਰ ਕਹਿ ਕੇ ਉਹਦੇ ਨਾਲ ਕਦੇ ਹੱਥ ਨਹੀਂ ਮਿਲਾਉਂਦੇ। ਛਿੱਪੇ ਦੇ ਹੱਥ ਦਾ ਸੀਨਤਾ ਕੱਪੜਾ ਤਾਂ ਬ੍ਰਾਹਮਣ ਖੱਤਰੀ ਪਾਉਣਗੇ, ਪਰ ਬ੍ਰਾਹਮਣ ਖੱਤਰੀ ਕਦੇ ਛਿੱਪੇ ਨੂੰ ਆਪਣੀ ਬਸਤੀ ਵਿੱਚ ਨਹੀਂ ਵੜਨ ਦੇਣਗੇ। ਕਿਉਂ? ਤੂੰ ਸ਼ੂਦਰ ਹੈ। ਇੱਕ ਚਮਿਆਰ ਦੇ ਹੱਥ ਦਾ ਸੀਨਤਾ ਹੋਇਆ ਗੰਢਿਆ ਹੋਇਆ ਜੋੜਾ ਤਾਂ ਲੋਕ ਪਹਿਨਦੇ ਸੀ, ਪਰ ਚਮਿਆਰ ਦੀ ਬਸਤੀ ਕਦੇ ਆਪਣੀ ਬਸਤੀ ਵਿੱਚ ਨਹੀਂ ਸੀ ਬਣਦੀ। ਉਹਦਾ ਘਰ ਸੂਰਜ ਦੇ ਲਹਿੰਦੇ ਪਾਸੇ ਬਣਾਇਆ ਜਾਂਦਾ ਸੀ। ਕਿਉਂ? ਸੂਰਜ ਦੀਆਂ ਪਹਿਲੀਆਂ ਕਿਰਨਾਂ ਇਹਦੇ ਉੱਤੇ ਨਾ ਪੈ, ਚੜ੍ਹਦੇ ਦੀ ਹਵਾ ਕਿਤੇ ਪਹਿਲਾਂ ਇਹਨੂੰ ਨਾ ਲੱਗ ਜਾਏ। ਉਹਦੇ ਹੱਥ ਦਾ ਬੁਣਿਆ ਕੱਪੜਾ ਪਹਿਨ ਲੈਣਗੇ, ਜੋੜਾ ਪਹਿਨ ਲੈਣਗੇ, ਸੀਤਾ ਕੱਪੜਾ ਪਾ ਲੈਣਗੇ, ਪਰ ਉਹਨੂੰ ਆਪਣੇ ਖੂਹ ਤੋਂ ਪਾਣੀ ਪੀਣ ਦੀ ਇਜਾਜ਼ਤ ਨਹੀਂ ਹੈ। ਕਿਉਂ? ਇਹ ਸ਼ੂਦਰ ਹੈ। ਜਿੱਦਣ ਭਗਤ ਨਾਮਦੇਵ ਮੰਦਰ ਦੀਆਂ ਪੌੜੀਆਂ ਚੜੇ, ਧੱਕੇ ਮਾਰ ਕੇ ਬ੍ਰਾਹਮਣ ਨੇ ਕੱਢ ਦਿੱਤਾ। ਇੰਨਾ ਰੌਲਾ ਪਾਇਆ, ਤੂੰ ਛਿਪਾ ਹੈ, ਛਿਪਿਆਂ ਨੂੰ ਮੰਦਰ ਵਿੱਚ ਪੈਰ ਰੱਖਣ ਦਾ ਅਧਿਕਾਰ ਨਹੀਂ। ਛਿਪੇ ਆਪਣੇ ਹੱਥਾਂ ਨਾਲ ਦਿਹਾੜੀ ਕਰਕੇ ਮੰਦਰ ਤਾਂ ਬਣਾ ਸਕਦੇ ਨੇ, ਪਰ ਜਿੱਦਣ ਮੰਦਰ ਬਣ ਜਾਏ, ਮੰਦਰ ਵਿੱਚ ਸ਼ੂਦਰ ਪੈਰ ਨਹੀਂ ਪਾ ਸਕਦਾ। ਜਿੱਦਣ ਬਾਬੇ ਨਾਮਦੇਵ ਨੂੰ ਧੱਕੇ ਮਾਰ ਕੇ ਪੌੜੀਆਂ ਤੋਂ ਸੁੱਟਿਆ, ਉਦਣ ਰੱਬ ਨੂੰ ਉਲੰਭਾ ਦੇ ਕੇ ਕਿਹਾ, ਐ ਰੱਬਾ, ਜੇ ਛਿਪੇ ਇੰਨੇ ਹੀ ਮਾੜੇ ਨੇ ਫਿਰ ਪੈਦਾ ਕਿਉਂ ਕੀਤੇ ਨੇ? ਇਸੀ ਰੱਬ ਦੇ ਚਰਨਾਂ 'ਚ ਪੁਕਾਰ। ਪੁਕਾਰ ਰੱਬ ਉਹਦੀ ਸੁਣਦਾ ਜਿਹੜਾ ਰੱਬ ਦੀ ਭਗਤੀ ਕਰਦਾ। ਭਗਤੀ ਵਾਲੇ ਨੇ ਪੁਕਾਰ ਕਰਕੇ ਕਿਹਾ, ਰੱਬਾ ਛਿਪੇ ਪੈਦਾ ਹੀ ਕਿਉਂ ਕੀਤੇ? ਜੇ ਛਿਪੇ ਇੰਨੇ ਮਾੜੇ ਨੇ ਫਿਰ ਛਿੰਬਿਆਂ ਦੇ ਘਰ ਜਨਮ ਕਿਉਂ ਦਿੱਤਾ? ਸਿੱਧਾ ਰੱਬ ਨੂੰ ਉਲੰਭਾ ਦੇ ਕੇ ਪੁਕਾਰ ਕੀਤੀ। ਜਦੋਂ ਕਿਹਾ, ਹਿੰਨੜੀ ਜਾਤ ਮੇਰੀ ਜਾਤ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਰੱਬ ਨੂੰ ਪੁਕਾਰ ਕਰਕੇ ਕਿਹਾ, ਫਿਰ ਕੋਈ ਐਸਾ ਘੱਲ ਜਿਹੜਾ ਸਾਨੂੰ ਛਿੰਬਿਆਂ ਨੂੰ ਵੀ ਗੱਲ ਨਾਲ ਲਾਵੇ, ਕੋਈ ਐਸਾ ਘੱਲ ਜਿਹੜਾ ਚਮਿਆਰਾਂ ਨੂੰ ਵੀ ਗੱਲ ਨਾਲ ਲਾਵੇ, ਕੋਈ ਐਸਾ ਘੱਲ ਜਿਹੜਾ ਕੱਪੜੇ ਬੁਣਨ ਵਾਲੇ ਜੁਲਾਹਿਆਂ ਨੂੰ ਗੱਲ ਨਾਲ ਲਾਵੇ, ਕੋਈ ਐਸਾ ਧਰਤੀ ਤੇ ਘੱਲ ਜਿਹੜਾ ਸਾਨੂੰ ਵੀ ਗੱਲ ਨਾਲ ਲਾ ਕੇ ਪਿਆਰ ਕਰੇ। ਪੁਕਾਰ ਸੁਣ ਕੇ ਰੱਬ ਨੂੰ ਖੁਦ ਪ੍ਰਗਟ ਹੋਣਾ ਪਿਆ। ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਫਿਰ ਭਗਤਾਂ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਔਰ ਪਾਤਸ਼ਾਹ ਨੇ ਇਸ ਧਰਤੀ ਤੇ ਕ੍ਰਾਂਤੀਕਾਰੀ ਧਰਮ ਸ਼ੁਰੂ ਕੀਤਾ, ਨਿਰਮਲ ਪੰਥ। ਹਜ਼ੂਰ ਨੇ ਕੱਲਾ ਕਿਹਾ ਨਹੀਂ, ਉਹਦਾ ਪ੍ਰੈਕਟੀਕਲ ਸ਼ੁਰੂ ਕੀਤਾ। ਪਹਿਲਾਂ ਆਵਾਜ਼ ਦੇ ਕੇ ਕਿਹਾ, ਨੀਚਾਂ ਅੰਦਰ ਨੀਚ ਜਾਤ। ਪੜੋ ਜਿਨ੍ਹਾਂ ਨੂੰ ਯਾਦ ਹੈ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਹੁਣ ਪਾਤਸ਼ਾਹ ਨੇ ਇਹਦਾ ਪ੍ਰੈਕਟੀਕਲ ਦਿੱਤਾ। ਤਲਵੰਡੀ ਵਿੱਚ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਸਭ ਵਸਦੇ ਸੀ। ਮੇਰੇ ਗੁਰੂ ਨਾਨਕ ਨੇ ਮਿੱਤਰਤਾ ਪਤਾ ਕਿਹਦੇ ਨਾਲ ਪਾਈ? ਸਭ ਤੋਂ ਨੀਵੀਂ ਜਾਤ ਦੇ ਡੂਮ ਮਰਾਸੀ ਭਾਈ ਮਰਦਾਨੇ ਨਾਲ। ਉਹਨੂੰ ਮਿੱਤਰ ਬਣਾਇਆ, ਉਹਦੇ ਨਾਲ ਬਹਿਣਾ ਉੱਠਣਾ ਸ਼ੁਰੂ ਕੀਤਾ। ਤਲਵੰਡੀ 'ਚ ਰੌਲਾ ਪੈ ਗਿਆ, ਖੱਤਰੀਆਂ ਦਾ ਨਾਨਕ ਡੂਮ ਮਰਾਸੀਆਂ ਦੇ ਮੁੰਡੇ ਨਾਲ ਰਹਿੰਦਾ, ਖੱਤਰੀਆਂ ਦਾ ਨਾਨਕ ਭਾਈ ਮਰਦਾਨੇ ਨਾਲ ਬਹਿੰਦਾ ਉੱਠਦਾ, ਖੱਤਰੀਆਂ ਦਾ ਨਾਨਕ ਵੇਖੋ ਡੂਮ ਮਰਾਸੀਆਂ ਦੇ ਘਰ ਜਾਂਦਾ। ਇੱਕ ਦਿਨ ਇੱਕ ਨੇ ਕਿਹਾ, ਉਹ ਕੱਲਾ ਜਾਂਦਾ ਹੀ ਨਹੀਂ, ਮੈਂ ਤੇ ਅੱਜ ਵੇਖਿਆ ਖੱਤਰੀਆਂ ਦਾ ਨਾਨਕ ਵੇਖੋ ਜਾ ਕੇ ਡੂਮ ਮਰਾਸੀਆਂ ਦੇ ਘਰ ਰੋਟੀ ਵੀ ਖਾਂਦਾ। ਖੱਤਰੀਆਂ ਦਾ ਨਾਨਕ ਡੂਮ ਮਰਾਸੀ ਮਰਦਾਨੇ ਦੀ ਥਾਲੀ ਵਿੱਚੋਂ ਖਾਂਦਾ। ਪਾਤਸ਼ਾਹ ਨੇ ਪ੍ਰੈਕਟੀਕਲ ਦੁਨੀਆ ਤੇ ਦਿੱਤਾ। ਉਹ ਦੁਨੀਆ ਦੇ ਲੋਕੋ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ। ਕਿਸੇ ਨੇ ਇੱਕ ਦਿਨ ਪੁੱਛ ਲਿਆ, ਬਾਬਾ ਨਾਨਕ, ਇਹ ਡੂਮ ਮਰਾਸੀ ਨੂੰ ਨਾਲ ਰੱਖਦੇ ਹੋ, ਨੌਕਰ ਰੱਖਿਆ ਹੋਇਆ, ਮਰਦਾਨੇ ਨੂੰ ਸੀਰੀ ਰੱਖਿਆ? ਪਾਤਸ਼ਾਹ ਨੇ ਰੋਹ ਵਿੱਚ ਆ ਕੇ ਕਿਹਾ, ਤਲਵੰਡੀ ਵਾਸੀਓ ਖਬਰਦਾਰ, ਜੇ ਕਿਸੇ ਨੇ ਮਰਦਾਨੇ ਨੂੰ ਮੇਰਾ ਸੀਰੀ ਕਿਹਾ, ਜੇ ਕਿਸੇ ਨੇ ਮਰਦਾਨੇ ਨੂੰ ਮੇਰਾ ਨੌਕਰ ਕਿਹਾ, ਓਏ ਮਰਦਾਨਾ ਮੇਰਾ ਨੌਕਰ ਨਹੀਂ ਹੈ, ਮਰਦਾਨਾ ਮੇਰਾ ਸੀਰੀ ਨਹੀਂ, ਮਰਦਾਨਾ ਮੇਰਾ ਸੇਵਕ ਨਹੀਂ। ਮਹਾਰਾਜ ਫਿਰ ਮਰਦਾਨਾ ਕੌਣ ਹੈ? ਬਾਂਹ ਪਕੜ ਕੇ ਕਿਹਾ, ਮਰਦਾਨਾ ਮੇਰਾ ਭਾਈ ਹੈ।
इस धरती ते क्रांतिकारी धर्म शुरू किया। कला किया नहीं, जात पात का वितकरा महाराज ने खत्म किया। और फिर धन गुरु नानक साहब महाराज पिता मेहता कालू ने कहा, रोज कोई ना कोई शिकायत आती है, नानक नूं किसी कम विच लाउणा चाहिए। क्योंकि जदों जवान पुत दीयां शिकायतां आउण लग जाण, फिर प्यो दे मन च हुंदा इहनूं किसी कारोबार च लाओ, किसी काम ते लाइए। हुण पटवारियां दा इकलौता पुत्तर है, पिता मेहता कल्याण दास जी ने 20 रजतपण दे के कहा, नानक कोई व्यापार करो, मैनू 20 दे 40 चाहिए ने, मैनू कोई सौदा करके विखा। हुण 20 रजतपण लै गए। इतिहास कहंदा है वो 20 रजतपण जिन्हों 20 रुपये भी कई कहते ने, याद रखियो उस वक्त दे 20 रजतपण अज तुसीं करंसी कंपेयर करके देखो ना, काउंट करके, तो घट्टो घट्ट उस वक्त दे 20 रजतपण अज 2 करोड़ तो वध रुपया बनता है। इन्नी करंसी उच्ची सी उस वक्त। उस वक्त दे 20 रजतपण अज 2 करोड़ रुपया बनता है। क्योंकि अजकल जिन्ने अमीर लोग ने अपने बच्चों बिजनेस में चलाउणगे, 2-2 करोड़ दीयां फैक्ट्रियां पा के दिंदे ने उन्हां। पिता मेहता कल्याण दास जी ने उस वक्त दे 20 रजतपण अज दे हिसाब नाल 2 करोड़ तो वध रुपया बनता है। इन्नी पैसे दे के क्या, कोई बिजनेस करो, कोई व्यापार करो, कोई सौदा करो। एक इहदी उदाहरण तुहानूं मिलेगी, शेरे पंजाब महाराजा रणजीत सिंह दे राज दीयां लिखतां ने। शेरे पंजाब दे राज वेले मैं एक दिन लाइव तो भी एक कथा सुनाई। शेरे पंजाब दे राज दा 1 रुपया और अंग्रेजी ब्रिटिश हुकूमत दे उस वक्त $13 बनते सी। इन्नी करंसी उच्ची सी शेरे पंजाब दे राज। 1 रुपया शेरे पंजाब दे राज दा और $13 अंग्रेजी हुकूमत दे बनते सी। अंग्रेज इस गल उत्ते विचार करते रहे कि शेरे पंजाब ने 40 साल इन्ना स्टिल ते स्टेबल राज किवें कीता है। उन्होंने घोख करके एक चीज कढ़ी, जेड़ा गुण अंग्रेज साडे कोलों लै गए ते असीं गवा लिया। वो पता की सी? शेरे पंजाब दे राज विच एक गल उभर के सामने आई, शेरे पंजाब ने धर्म के नाम उत्ते वितकरा नहीं किया किसी नाल। जे गुरुद्वारे के नाम जमीन लवाई तो मंदिर वालियां नूं कहा तुहानूं भी 19 जमीन दवांगा। जे गुरुद्वारे नूं सोना दिता है, मंदिर वालियां नूं कहा तुहानूं भी सोना दवांगा। जे मंदिर बनवाया मुसलमानों नूं कहा मसीत भी मैं बनवावांगा, शाही खर्चे उत्ते सैकड़े कुरान मैं छपावांगा, पर शर्त एक है, गुरुद्वारा बनेगा ते नाल गुरुद्वारे दे पाठशाला बनेगी, गुरुद्वारे दे नाल विद्यक केंद्र बनेगा। एजुकेशन नूं इन्नी प्रैफरेंस दिती शेरे पंजाब ने, क्योंकि इस गल का पता सी उन्होंने, ਜਿਹੜੀਆਂ कौमां वैल एजुकेटेड ਹੁੰਦੀਆਂ ने वो वर्ल्ड लैवल ते तरक्की करदियां ने। ਜਿਹੜੀ कौम कोल एजुकेशन ना रहे वो कौम थले चली जाती है। एजुकेशन नूं इन्नी प्रैफरेंस दिती, गुरुद्वारा बनेगा नाल पाठशाला बनेगी, मंदिर बनेगा नाल पाठशाला होएगी पढ़ाउण वाली, मसीत बनेगी पर शर्त एक है नाल मदरसा बनेगा। एजुकेशन जरूर दिओ, एजुकेशन इज मस्ट। शेरे पंजाब दे राज विच अंग्रेजों ने आ गुण सिख के साडे कोलों लै गए। तां आ जिहड़े कॉन्वेंट सेक्रेड हार्ट स्कूल नहीं अंग्रेजों ने खोले हुए, ये तां खोलने शुरू किए। उन्होंने पता सी जिहड़ियां कौमां ज़्यादा पढ़ाई कर जाण, एजुकेशन कौमां नूं वर्ल्ड लैवल ते तरक्की करवाउंदी। और साथ संगत असीं एजुकेशन गवा बैठे हैं। रहिंदा खुंदा 5-4 सालों तो आईलैस ने पट्ठा बिठा दिता है। +2 तो अगे कोई बच्चा जाने लिए तैयार नहीं। तुसीं पहले सुपना लिया होया है +2 करो तो चलो बाहर, +2 करो तो चलो बाहर, पढ़ाई एजुकेशन। उधर हुण जाके की करोगे? साथ संगत जिहड़ियां कौमां कोल एजुकेशन ना रहे वो कौमां कदे तरक्की नहीं करदी। ये तुहाडे लिए एक चिंता का विषय है। कौम नूं अज सोचना पेगा, 5 सालों नूं सोच लैण। ये तुहाडे सामने चीज़ां आउण वालियां ने। इत्थे पंजाब विच कहिंदे हो पंजाब साडा, पंजाब साडा, जिद्दण गल राज दी आउणी तुहाडा एक भी IPS कोई डॉक्टर कोई इंजीनियर लभना नहीं। तुसीं अपने बच्चे सारे ही बाहर भेजना। दसो कोई इंजीनियर कोई डॉक्टर बना रहे इत्थे अपना बच्चा, कोई IPS करन दा सोच रहे है? असीं विद्यक अदारे बंद कर लए। ये गुरुद्वारियां दे नाल विद्यक केंद्र होने चाहिए। खैर
ਸ਼ੇਰੇ ਪੰਜਾਬ ਦੇ ਰਾਜ ਵੇਲੇ ਇੰਨੀ ਕਰੰਸੀ ਉੱਚੀ ਸੀ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਅੱਜ ਤੋਂ 550 ਸਾਲ ਪਹਿਲਾਂ ਕਿੰਨੀ ਕਰੰਸੀ ਉੱਚੀ ਹੋਈ। ਤੁਹਾਡੇ 'ਚ ਬਜ਼ੁਰਗ ਬੈਠੇ ਨੇ 70 ਸਾਲ ਵਾਲੇ, ਅੱਜ ਤੋਂ 50 ਸਾਲ ਪਹਿਲੇ ਸੋਚ ਲਓ, ਜਿਹੜੇ ਬੰਦੇ ਕੋਲ 100 ਰੁਪਏ ਦਾ ਨੋਟ ਹੁੰਦਾ ਸੀ ਕਹਿੰਦੇ ਬੰਦਾ ਅਮੀਰ ਹੈ। 50 ਸਾਲ ਪਹਿਲਾਂ ਜਿਹੜਾ ਸਾਈਕਲ ਕਢਾਉਂਦਾ ਸੀ ਕਹਿੰਦੇ ਵੀ ਉਹਨੇ ਸਾਈਕਲ ਕਢਾਇਆ ਬਈ, ਇਹਦਾ ਮਤਲਬ ਪੈਸੇ ਦੀ ਅਹਿਮੀਅਤ ਸੀ ਉਸ ਵਕਤ, ਵੈਲਿਊ ਸੀ ਉਦੋਂ। 550 ਸਾਲ ਪਹਿਲਾਂ 20 ਰਜਤ ਪੁੰਨ ਦੀ ਕਿੰਨੀ ਵੈਲਿਊ ਹੋਏ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇ ਦਿੱਤੇ, ਲਓ ਕੋਈ ਸੌਦਾ ਕਰੋ। ਹੁਣ ਪਾਤਸ਼ਾਹ ਸੌਦਾ ਕਰਨ ਤੁਰ ਪਏ, ਨਾਲ ਭਾਈ ਵੱਲਾ ਤੇ ਭਾਈ ਮਰਦਾਨਾ ਨਾਲ ਨੇ, ਚੱਲ ਪਏ ਨਨਕਾਣਾ ਸਾਹਿਬ ਤੋਂ। ਸੱਚੇ ਪਾਤਸ਼ਾਹ ਉਹ ਜਗ੍ਹਾ ਤੇ ਪਹੁੰਚੇ ਜਿੱਥੇ ਚੂੜ ਕਾਣੇ ਦੀ ਜੂਹ ਹੈ। ਉੱਥੇ ਸੀ ਇੱਕ ਸੰਘਣੇ ਦਰਖਤਾਂ ਦੀ ਝਿੜੀ, ਝਿੜੀ ਸਮਝਦੇ ਹੋ, ਜੰਗਲ ਵਾਂਗ ਜਿੱਥੇ, ਉਹ ਝਿੜੀ ਵਿੱਚ ਸਾਧੂ ਰੁਕਦੇ ਸੀ। ਆ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲੰਗਰ ਲਾ ਦਿੱਤਾ, ਭੋਜਨ ਪ੍ਰਸ਼ਾਦਾ ਸ਼ੁਰੂ ਹੋ ਗਿਆ। ਸਵੇਰ ਤੋਂ ਸ਼ਾਮ ਤੱਕ ਰੱਜ ਕੇ ਸਾਧੂਆਂ ਨੇ, ਸੈਂਕੜੇ ਸਾਧੂਆਂ ਨੇ ਭੋਜਨ ਛਕਿਆ। ਅਗਲੇ ਦਿਨ ਲੰਗਰ ਫਿਰ ਲੱਗ ਗਿਆ, ਅਗਲੇ ਦਿਨ ਫਿਰ ਛਕਿਆ। ਦੂਰ ਦੂਰ ਤੱਕ ਖਬਰ ਫੈਲ ਗਈ, ਕੋਈ ਅਮੀਰ ਬੰਦਾ ਆਇਆ ਨਨਕਾਣਾ ਸਾਹਿਬ, ਜਿਹਨੂੰ ਤਲਵੰਡੀ ਉਦੋਂ ਕਹਿੰਦੇ, ਰਾਏ ਭੋਇੰ ਦੀ ਤਲਵੰਡੀ ਤੋਂ ਸਮਾਨ ਲਿਆਉਂਦੇ ਨੇ। ਲੰਗਰ ਖੋਲਿਆ ਹੋਇਆ, ਤਰ੍ਹਾਂ ਤਰ੍ਹਾਂ ਦੇ ਪਕਵਾਨ ਚੱਲ ਰਹੇ ਨੇ। ਸੈਂਕੜੇ ਸਾਧੂ ਅਗਲੇ ਦਿਨ ਵੀ ਛਕਦੇ ਰਹੇ। ਤੀਜਾ ਦਿਨ ਸ਼ੁਰੂ ਹੋਇਆ, ਦੂਰੋਂ ਦੂਰੋਂ ਸਾਧੂ ਹੋਰ ਇਕੱਠੇ ਹੋ ਗਏ। ਜਦੋਂ ਸੈਂਕੜੇ ਸਾਧੂਆਂ ਦੀ ਭੀੜ ਇਕੱਠੀ ਹੋ ਗਈ, 3 ਦਿਨ ਗੁਰੂ ਨਾਨਕ ਸਾਹਿਬ ਨੇ ਭੋਜਨ ਛਕਾਇਆ, ਪ੍ਰਸ਼ਾਦਾ ਛਕਾਇਆ। ਚੌਥੇ ਦਿਨ ਫਿਰ ਸੱਚਾ ਸੌਦਾ ਕੀਤਾ। 3 ਦਿਨ ਸਿਰਫ ਲੰਗਰ ਹੀ ਛਕਾਇਆ ਉਹਨਾਂ ਨੂੰ, ਭੋਜਨ ਪ੍ਰਸ਼ਾਦਾ ਛਕਾਉਂਦੇ ਰਹੇ। ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਾਧ ਸੰਗਤ, ਜਦੋਂ ਤੀਜੇ ਦਿਨ ਵਿੱਚ ਸੈਂਕੜੇ ਸਾਧੂ ਇਕੱਠੇ ਹੋ ਗਏ, ਸਿੱਖ ਤਵਾਰੀ ਕਹਿੰਦੀ ਚੌਥੇ ਦਿਨ ਗੁਰੂ ਨਾਨਕ ਸਾਹਿਬ ਨੇ ਸੱਚਾ ਸੌਦਾ ਕੀਤਾ। ਉਦੋਂ ਤੱਕ ਦੂਰ ਦੂਰ ਤੱਕ ਖਬਰ ਫੈਲ ਗਈ, ਕੋਈ ਅਮੀਰ ਬੰਦਾ ਆਇਆ, 3 ਦਿਨ ਤੋਂ ਲੰਗਰ ਚੱਲ ਰਿਹਾ। ਇੱਥੇ ਸੜਕ ਉੱਤੇ ਤੁਸੀਂ ਲੰਗਰ ਲਾ ਦਿਓ, ਤੀਜੇ ਦਿਨ ਤਾਂ ਤੁਹਾਡੀ ਵੀ ਖਬਰ ਮੋਹਾਲੀ ਤੱਕ ਚੱਲ ਜਾਣੀ ਵੀ 3 ਦਿਨ ਹੋ ਗਏ ਲੰਗਰ ਹੀ ਚੱਲ ਰਿਹਾ ਉੱਥੇ ਸੜਕ ਤੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਦੂਰ ਦੂਰ ਤੱਕ ਰੌਲਾ ਵਡਿਆਈ ਫੈਲ ਗਈ। ਲੰਗਰ ਚੱਲ ਰਿਹਾ, ਸੈਂਕੜੇ ਸਾਧੂ ਇਕੱਠੇ ਹੋ ਗਏ। ਹੁਣ ਮਹਾਰਾਜ ਸੱਚਾ ਸੌਦਾ ਕਰਨ ਲੱਗੇ। ਚੌਥੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ। ਇਹਦਾ ਮਤਲਬ ਲੰਗਰ ਛਕਾਉਣਾ ਸੱਚਾ ਸੌਦਾ ਨਹੀਂ ਸੀ। ਜੇ 3 ਦਿਨ ਲੰਗਰ ਛਕਾਇਆ ਨਾ, ਪ੍ਰਸ਼ਾਦਾ ਛਕਾਉਣਾ ਸੱਚਾ ਸੌਦਾ ਨਹੀਂ ਸੀ। ਚੌਥੇ ਦਿਨ ਸੱਚਾ ਸੌਦਾ ਕੀਤਾ। ਇਹਦਾ ਗੁੱਸਾ ਨਾ ਕਰਿਓ, ਲੰਗਰ ਛਕਾਉਣਾ ਕੋਈ ਸੱਚਾ ਸੌਦਾ ਨਹੀਂ ਹੈ। ਇਹ ਗੁਰੂ ਦੇ ਘਰ ਦੀ ਮਰਿਆਦਾ ਜ਼ਰੂਰ ਹੈ, ਪਹਿਲੇ ਪੰਗਤ ਪਾਛੇ ਸੰਗਤ। ਲੰਗਰ ਪ੍ਰਸ਼ਾਦਾ ਚਾਹੀਦਾ ਸੰਗਤ ਲਈ, ਪਰ ਜੇ ਕੋਈ ਕਵੇ ਮੈਂ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ, ਇਹ ਬਹੁਤ ਵੱਡਾ ਭੁਲੇਖਾ ਹੈ। ਗੁਰੂ ਨਾਨਕ ਸਾਹਿਬ ਦਾ 3 ਦਿਨ ਲੰਗਰ ਚਲਾਉਣਾ ਸੱਚਾ ਸੌਦਾ ਨਹੀਂ ਸੀ। ਪਤਾ ਕਿਉਂ? ਅੱਜ ਵੀ ਕੋਈ ਲੱਖ ਰੁਪਏ ਦਾ ਲੰਗਰ ਚੌਂਕ ਚਲਾ ਦੇਗਾ ਤੇ ਸ਼ਾਮ ਨੂੰ ਕਹਿ ਦੇਗਾ ਮੈਂ ਵੀ ਸੱਚਾ ਸੌਦਾ ਕੀਤਾ ਜੀ, ਲੰਗਰੇ ਚਲਾਇਆ ਸੀ ਗੁਰੂ ਨਾਨਕ ਸਾਹਿਬ ਨੇ, ਮੈਂ ਵੀ ਲੰਗਰ ਲਾਇਆ, ਅੱਜ ਮੈਂ ਵੀ ਸੱਚਾ ਸੌਦਾ ਕੀਤਾ। ਨਹੀਂ, ਲੰਗਰ ਚਲਾਉਣਾ ਸੱਚਾ ਸੌਦਾ ਨਹੀਂ। ਚੌਥੇ ਦਿਨ ਮਹਾਰਾਜ ਨੇ ਸੱਚਾ ਸੌਦਾ ਕੀਤਾ। ਪਤਾ ਕੀ? ਸੈਂਕੜੇ ਸਾਧੂਆਂ ਨੂੰ ਕੋਲ ਬਿਠਾ ਕੇ ਕਿਹਾ, ਓਏ ਸਾਧੂ ਜਨੋ, ਰੱਬ ਨੇ ਤੁਹਾਨੂੰ ਹੱਥ ਦਿੱਤੇ ਨੇ, ਜਨਮ ਦਿੱਤਾ, ਇਹ ਜਨਮ ਮੰਗ ਕੇ ਖਾਣ ਵਾਸਤੇ ਨਹੀਂ ਦਿੱਤਾ। 10 ਨੋਹਾਂ ਦੀ ਕਿਰਤ ਕਿਉਂ ਨਹੀਂ ਕਰਦੇ? ਹੱਥ ਦਿੱਤੇ ਨੇ, ਕੰਮ ਕਿਉਂ ਨਹੀਂ ਕਰਦੇ? ਸਾਧੂ ਹੈਰਾਨ ਹੋ ਗਏ। 3 ਦਿਨ ਤੋਂ ਪ੍ਰਸ਼ਾਦਾ ਛਕਾਈ ਜਾਂਦਾ, ਅੱਜ ਚੌਥੇ ਦਿਨ ਕਿਸੇ ਹੋਰੇ ਪਾਸਿਓਂ ਬੋਲ ਪਿਆ। ਪਾਤਸ਼ਾਹ ਕਹਿੰਦੇ ਤੁਹਾਨੂੰ ਹੱਥ ਦਿੱਤੇ ਨੇ ਮੰਗ ਕੇ ਖਾਣ ਵਾਸਤੇ ਨਹੀਂ, ਜਨਮ ਦਿੱਤਾ ਰੱਬ ਨੇ, ਮੰਗ ਕੇ ਖਾਣ ਵਾਸਤੇ ਨਹੀਂ। ਜੇ ਜਨਮ ਮਿਲਿਆ 10 ਨੋਹਾਂ ਦੀ ਕਿਰਤ ਕਿਉਂ ਨਹੀਂ ਕਰਦੇ? ਰਹੀ ਗੱਲ ਰੱਬ ਨੂੰ ਪਾਉਣ ਦੀ, ਪਾਤਸ਼ਾਹ ਕਹਿੰਦੇ ਹੋ ਸਾਧੂ ਜਨੋ, ਪਰਿਵਾਰ ਬੱਚੇ ਛੱਡ ਕੇ ਰੱਬ ਕਦੇ ਕਿਸੇ ਨੂੰ ਨਹੀਂ ਮਿਲਦਾ। ਜੇ ਤੁਹਾਨੂੰ ਘਰ ਵਿੱਚ ਬੈਠੇ ਮਾਸੂਮ ਬੱਚਿਆਂ ਚੋਂ ਰੱਬ ਨਹੀਂ ਦਿਸਿਆ, ਜੰਗਲਾਂ ਵਿੱਚੋਂ ਕਿੱਥੋਂ ਲੱਭ ਲਓਗੇ? ਜੇ ਤੁਹਾਨੂੰ ਆਪਣੇ ਬੱਚਿਆਂ ਚੋਂ ਰੱਬ ਨਹੀਂ ਦਿਸਿਆ, ਲੋਕਾਂ ਦੇ ਬੱਚਿਆਂ ਚੋਂ ਕਿੱਥੋਂ ਰੱਬ ਵੇਖ ਲਓਗੇ? ਰੱਬ ਨੂੰ ਮਿਲਣ ਵਾਸਤੇ ਪਰਿਵਾਰ ਛੱਡਣ ਦੀ ਲੋੜ ਨਹੀਂ ਹੈ। ਸੱਚੇ ਪਾਤਸ਼ਾਹ ਨੇ ਬਚਨ ਕਹੇ, ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ। ਭਾਈ ਘਰ ਬੈਠੇ ਰੱਬ ਮਿਲਦਾ, ਉਪਦੇਸ਼ ਗੁਰੂ ਦਾ ਲੈ ਲਓ। ਪਰਿਵਾਰ ਛੱਡ ਕੇ ਨਾ ਜਾਓ, ਆਪਣੇ ਬੱਚਿਆਂ ਦੀ ਸੇਵਾ ਸੰਭਾਲ ਕਰੋ, 10 ਨੋਹਾਂ ਦੀ ਕਿਰਤ ਕਰੋ।
परिवार विच बह के नाम जपो, यही रब नूं मिलण दा रस्ता। साधुआं ने हथ जोड़े, एक गल कही, बाबा गल तां तेरी चंगी है, पर किसे नूं 5 साल हो गए घरों आया, किसे नूं 10 साल हो गए साध बनिया, महाराज असीं कोई काम ही नहीं कीता, ना कोई पैसा कमाया, लोकी रोटी दे छड्डदे ने, कपड़ा मिल जांदा है, आ सुट्टे बीटे पी लईदे ने नशे दे, महाराज कोई काम नहीं कीता, घर किहड़ा मूँह लैके जाइए? जे कोई काम कीता, कमाई कीती होवे, घर जाइए। असीं कोई कमाई नहीं कीती, कोई पैसा नहीं कमाया, घर किवें जाइए? तुहानूं पता है जिहड़ा कमाई करदा उहिओ शाम नूं घर आउंदा है, ते जिहड़े नशे नुशे करदे ना बीड़ी बत्ते वाले, वो तां इधर उधर डिगे हुंदे, आउंदे घर नूं? दस्सो बई, घर नूं तां ओह आउंदा जिहने सवेर तो शाम तक कोई काम कीता है, जिहने कमाई कीती है। साधुआं कहा महाराज कोई कमाई नहीं की, किसी नूं 5 साल हो गए, किसी नूं 10 साल हो गए, असीं पैसा ही नहीं कोई कमाया, घर जाके की करांगे? घर जाके किहड़ी किरत करांगे? श्री गुरु नानक साहब महाराज ने हुण सच्चा सौदा कीता, बचदे होए पैसे महाराज वंडण लग पे, क्योंकि 20 राजतपन का लंगर ही नहीं लग गया 3 दिन। तुसीं दसो 2 करोड़ का लंगर ही किते लग गया उस वक्त? पातशाह ने बचे हुए पैसे 1 धेला, 2 धेले, 4 धेले, 2 अन्ने, 4 अन्ने सब नूं वंडते, कहंदे लो कोई किरत करो, कोई जमीन खरीदियो, कोई खेती करियो, कोई व्यापार, कोई बिजनेस करियो, आ लो पैसे लै जाओ, इहदे नाल किरत करियो, अपने बच्चे पालियो। गुरु नानक साहब ने आ सच्चा सौदा किया। जदों साधुआं ने पातशाह तो पैसे ले ले ना, हैरान हो गए, लंगर भी 3 दिन छकाया, उपदेश भी दिता, पैसे भी दिते, ये भी कहा अपने घर परिवारां च जाओ, कोई 10 नोहां की किरत कमाई, कोई खेतीबाड़ी, कोई व्यापार करो। हुण साधुआं ने गुरु का शुकराना करके कहा, हे गुरु नानक साहब, असीं तुहाडे पैसिਆਂ नाल किरत करांगे, असीं तुहाडे पैसिਆਂ नाल कोई व्यापार करांगे, असीं तुहाडे दिते पैसिਆਂ दे नाल कोई खेतीबाड़ी करांगे, पर पातशाह एक किरपा करो, अपना पता दस के जाओ, जिदन साडी कमाई च बरकत पैगी तुहाडे पैसे जरूर मोड़ांगे। पातशाह खुश हो गए, कहंदे अज सच्चा सौदा हो गया मरदानिया, आ है सच्चा सौदा। जिदन किसी दे दिल विच इह आ जाए कि मैं फलाने दे पैसे लए ते वापस करने ने, समझो बंदा धर्मी हो गया। जिदन दिल च इह आ जाए उहदे पैसे नहीं मोड़ने, तुसीं धर्मी नहीं बेईमान हो। धर्मी पता कौन है? जिहदे चित्त विच आ जाए उहदे पैसे मोड़ने हैं। जे दिल च आ जाए पैसे नहीं मोड़ने, बेईमानी करनी। अद्धे NRI बाहरों दुखी इसलिए ने, वो कहते साडी जगह मल्ली हुई है, जमीन मल्ली आ, इधर वाले कहते मंगने ही ना, जगह भी हड़प लो। किसी का हक मारना कोई गुरु या पीर कदे हम ही नहीं भरेगा। जिदन चित्त च आ जाए फलाने दे पैसे देने ने, मैं मोड़ने ने, चित्त विच पैसे वापस करन दा ख्याल आ जाए, तुसीं धर्मी हो। एक गल नोट करियो, चित्त विच पैसे मोड़न दा ख्याल आ जाए, रब ने बरकत पाउणी शुरू कर देनी, क्योंकि उन्हें राह बना देना ना मोड़न दा। जे चित्त च आ गया मैं मोड़ने नहीं है, पैसे मारने ने, फिर समझो आपां धर्मी नहीं। अज पातशाह ने कहा मरदानिया सच्चा सौदा हो गया, साधु धर्मी हो गए, ये किरत करनगे। इन्हां दे दिल च आ गया पैसे मोड़ने ने। हुण पातशाह बोले साधुओ मेरा पता लिखो। जिदन किरत विच तुहाडी कमाई च बरकत पई ना, कहंदे हो पैसे मोड़ने ने। साहब ने कहा मेरा पता लिखो, जिदन कमाई च बरकत पई मेरे पैसे मोड़न की गल कहंदे हो, लो फिर मेरा पता लिखो। अब तुसीं भी गुरु नानक साहब का पता लिख लियो। पता किहड़ा पता लिखाया? पातशाह बोले कहंदे सच्चा सौदा हो गया मरदानिया, साधुआं ने पता मंग लिया, लो बई मेरा पता लिखो। जिदन तुहाडी किरत कमाई विच बरकत पै गई, मेरे पैसे मोड़न लई मैनूं लभण दी लोड़ नहीं है। जिथे कोई लोड़वंद मिल गया मदद कर दिओ, गुरु नानक दा पता है। जिथे कोई लोड़वंद मिल गया ओदी मदद कर दिओ, ये गुरु नानक दा पता है। साध संगत याद रखियो, इहो गुरु नानक दा पता ताइयों लिखिया हुंदा है, गरीब दा मूँह गुरु दी गोलक। होर गोलकां भरन वास्ते नहीं हुंदियां। मैं बड़ा हैरान हुंदा
ਜਦੋਂ ਲੋਕੀ ਇਹ ਕਹਿੰਦੇ ਉਹ ਜੀ ਪਹਿਲੀ ਕਮੇਟੀ ਨੇ ਤਾਂ 1.5 ਲੱਖ ਹੀ ਜੋੜਿਆ ਸੀ, ਹੁਣ ਜਿਹੜਾ ਪ੍ਰਧਾਨ ਬਣਿਆ ਕਹਿੰਦਾ ਅਸੀਂ ਤਾਂ 6 ਲੱਖ ਜਮ੍ਹਾਂ ਕੀਤਾ ਹੋਇਆ। ਹੁਣ 6 ਲੱਖ ਜਮ੍ਹਾਂ ਕਰਨ ਲਈ ਹੁੰਦਾ ਗੁਰਦੁਆਰਾ? ਦੱਸੋ, ਪੈਸੇ ਜਮ੍ਹਾਂ ਕਰਨ ਲਈ ਹੈ ਪ੍ਰਧਾਨ ਕਮੇਟੀ? ਨਹੀਂ। ਗੁਰਦੁਆਰੇ ਬਣਨੇ ਚਾਹੀਦੇ ਨੇ, ਚੰਗੇ ਪ੍ਰੋਗਰਾਮ ਲਿਖੋ, ਸੰਗਤ ਦੀ ਮਾਇਆ ਨਾਲ ਜਿੱਥੇ ਕੋਈ ਲੋੜਵੰਦ ਹੈ ਉਹਦੀ ਮਦਦ ਕਰੋ। ਕੋਈ ਬੱਚਾ ਪੜ੍ਹਨ ਵਾਲਾ ਹੈ ਉਹਦੀ ਪੜ੍ਹਾਈ ਦੀ ਜ਼ਿੰਮੇਵਾਰੀ ਲਓ। ਕੋਈ ਬੱਚਾ ਪੈਸਿਆਂ ਦੇ ਦੁੱਖੋਂ ਪੜ੍ਹਾਈ ਤੋਂ ਨਾ ਰਹਿ ਜਾਏ, ਕੋਈ ਇਲਾਜ ਵਾਸਤੇ ਲੋੜਵੰਦ ਹੈ ਉਹਦਾ ਇਲਾਜ ਕਰਾਓ। ਸਾਧ ਸੰਗਤ, ਇਸ ਲਈ ਇਹ ਗੁਰੂ ਨਾਨਕ ਦਾ ਪਤਾ ਹੈ, ਜਿੱਥੇ ਕੋਈ ਲੋੜਵੰਦ ਹੋਵੇ ਉਹਦੀ ਮਦਦ ਕਰ ਦਿਓ, ਗੁਰੂ ਨਾਨਕ ਦਾ ਪਤਾ ਹੈ। ਇੱਕ ਬੱਚੀ ਸਾਡੇ ਦੁਆਬੇ ਤੋਂ, ਉਹਦਾ ਪਿਓ ਤੇ ਦਿਹਾੜੀਦਾਰ ਹੈ ਵਿਚਾਰਾ, ਬੱਚੀ ਬੜੀ ਇੰਟੈਲੀਜੈਂਟ ਸੀ, 97% ਉਹਦੇ ਨੰਬਰ ਆਏ 10+2 ਚ। ਤੇ ਗੁਰਮੁਖ ਪਿਆਰੇ ਗੁਰਸਿੱਖ ਜਿਨ੍ਹਾਂ ਨੇ ਗੁਰੂ ਦੀ ਬਾਣੀ ਕਥਾ ਕੀਰਤਨ ਸੁਣਿਆ ਹੁੰਦਾ, ਗੁਰੂ ਦੀ ਬਖਸ਼ਿਸ਼ ਵੀ ਕਈ ਵਾਰ ਹੁੰਦੀ। ਉਹ ਬਜ਼ੁਰਗ ਨੇ ਘਰ ਜਾ ਕੇ ਉਹਨੂੰ ਪਿੰਡ ਦੇ ਨੇ ਕਿਹਾ, ਕਹਿੰਦਾ ਵੀ ਆਪਣੀ ਲੜਕੀ ਨੂੰ ਪੜ੍ਹਾਓ। ਬੱਚੀ ਨੂੰ ਕਿਹਾ, ਬੇਟਾ ਤੂੰ ਰੱਜ ਕੇ ਪੜ੍ਹਨਾ, ਚਿੱਤ ਲਾ ਕੇ, ਜਿੰਨੇ ਪੈਸੇ ਲੱਗਣਗੇ, ਜੋ ਤੂੰ ਬਣਨਾ ਤੈਨੂੰ ਗੁਰੂ ਦੇ ਘਰੋਂ ਮੈਂ ਬਣਾਵਾਂਗਾ, ਮੈਨੂੰ ਗੁਰੂ ਨੇ ਦਿੱਤਾ ਹੋਇਆ, ਬੇਟਾ ਤੂੰ ਪੜ੍ਹ। ਉਹਨੇ +2 ਤੋਂ ਲੈ ਕੇ ਉਹਦਾ ਖਰਚਾ ਫੀਸ ਭਰਨੀ ਸ਼ੁਰੂ ਕੀਤੀ। 7 ਸਾਲਾਂ ਬਾਅਦ ਹੁਣ ਰਿਜ਼ਲਟ ਆਇਆ, ਪਤਾ ਉਹ ਬੱਚੀ ਕੀ ਬਣੀ ਹੈ? ਜੱਜ ਬਣ ਗਈ ਹੈ, ਤੇ ਜੱਜ ਬਣ ਕੇ ਇੱਥੇ ਮੋਹਾਲੀ ਲੱਗੀ ਹੈ। ਆਲੇ ਦੁਆਲੇ ਲੋਕ ਪਿੰਡਾਂ ਤੋਂ ਆ ਕੇ ਨਾ ਉਹਦੇ ਨਾਲ ਫੋਟੋਆਂ ਕਰਾਉਣ, ਲਓ ਜੀ ਸਾਡੇ ਪਿੰਡ ਦੀ ਕੁੜੀ ਜੱਜ ਬਣ ਗਈ ਹੈ, ਸਾਡੇ ਪਿੰਡ ਦੀ ਕੁੜੀ ਜੱਜ ਲੱਗ ਗਈ ਹੈ, ਉਹ ਫਲਾਨਾ ਬੰਦਾ ਜੀ ਦਿਹਾੜੀਦਾਰ, ਉਹਦੀ ਕੁੜੀ ਜੱਜ ਬਣ ਗਈ, ਉਹਦੇ ਨਾਲ ਫੋਟੋਆਂ ਕਰਾਉਣ। ਮੀਡੀਆ ਪਹੁੰਚ ਗਿਆ। ਉਹ ਬੱਚੀ ਨੇ ਕਿਹਾ, ਉਹ ਬਜ਼ੁਰਗ ਅੰਕਲ ਜੀ ਉਹਨਾਂ ਦਾ ਧੰਨਵਾਦ ਕਰੋ, ਉਹਨੇ ਮੈਨੂੰ ਅੱਗੇ ਪੜ੍ਹਾਇਆ। ਤਾਂ ਉਹ ਜਦੋਂ ਬਜ਼ੁਰਗ ਨੂੰ ਸਾਹਮਣੇ ਕੀਤਾ ਨਾ, ਉਹਨੇ ਅੱਖਾਂ ਭਰ ਕੇ ਕਿਹਾ, ਉਹ ਮੈਂ ਨਹੀਂ ਉਹ ਪੜ੍ਹਾਇਆ, ਇਹ ਤਾਂ ਮੇਰੇ ਗੁਰੂ ਨਾਨਕ ਨੇ ਪਤਾ ਦੱਸਿਆ ਹੋਇਆ, ਮੈਨੂੰ ਮੇਰੇ ਗੁਰੂ ਨਾਨਕ ਦਾ ਦਿੱਤਾ ਹੋਇਆ ਮੈਂ ਅੱਗੇ ਕੀਤਾ ਭਾਈ, ਮੈਂ ਨਹੀਂ ਪੜ੍ਹਾਇਆ, ਇਹ ਤਾਂ ਗੁਰੂ ਨਾਨਕ ਦਾ ਪਤਾ ਹੈ। ਸਾਧ ਸੰਗਤ, ਤੁਹਾਨੂੰ ਵੀ ਮਾਣ ਹੋਏਗਾ ਜਦੋਂ ਕਿਸੇ ਬੱਚੇ ਨੂੰ ਇਦਾਂ ਪੜ੍ਹਾ ਕੇ ਕਿਸੇ ਪੋਸਟ ਤੇ ਪਹੁੰਚਾਓਗੇ। ਇਹ ਗੁਰੂ ਦੀ ਮਾਇਆ, ਜਦੋਂ ਕਿਸੇ ਲੋੜਵੰਦ ਤੇ ਖਰਚੋਗੇ, ਸਮਝੋ ਗੁਰੂ ਨਾਨਕ ਦਾ ਪਤਾ ਹੈ। ਇਹ ਸੀ ਸੱਚਾ ਸੌਦਾ। ਪਾਤਸ਼ਾਹ ਨੇ ਕਿਹਾ, ਮਰਦਾਨੇ ਅੱਜ ਸੱਚਾ ਸੌਦਾ ਹੋ ਗਿਆ, ਸਾਧੂਆਂ ਨੇ ਧਰਮ ਦੀ ਕਿਰਤ ਕਰਨੀ ਸ਼ੁਰੂ ਕਰਤੀ ਹੈ, ਨਾਲ ਕਿ ਅਸੀਂ ਕਮਾਈ ਦੀ ਬਰਕਤ ਪੈਸੇ ਵਾਪਸ ਕਰਾਂਗੇ, ਜਾਓ ਜਿੱਥੇ ਲੋੜਵੰਦ ਮਿਲੇ ਉੱਥੇ ਖਰਚ ਦਿਓ, ਇਹ ਗੁਰੂ ਨਾਨਕ ਦਾ ਪਤਾ ਹੈ। ਸਾਧ ਸੰਗਤ, ਸਤਿਗੁਰੂ ਕਿਰਪਾ ਬਖਸ਼ਿਸ਼ ਕਰ, ਅਸੀਂ ਗੁਰੂ ਦੇ ਦੱਸੇ ਰਾਹ ਉੱਤੇ ਤੁਰੀਏ। ਇਹ ਨਾ ਹੋਵੇ ਵੀ ਉਹਦਾ ਵੀ ਮੇਰੇ ਹੱਥੀ ਆ ਜਾਏ, ਉਹਦੀ ਵੀ ਮੈਂ ਹੀ ਹੜੱਪ ਲਾਂ। ਇੱਕ ਦੂਜੇ ਦਾ ਹੱਕ ਨਾ ਮਾਰੋ, ਸਿੱਧਾ ਹੀ ਲਿਖ ਕੇ ਦਿੱਤਾ ਗੁਰੂ ਨੇ। ਪਾਤਸ਼ਾਹ ਕਹਿੰਦੇ ਨੇ, ਜੇ ਤੂੰ ਹੱਕ ਖਾਣਾ ਹੈ ਭਾਈ, ਫਿਰ ਭਾਵੇਂ ਤੂੰ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਨਾ ਤੇਰੇ ਗੁਰੂ ਨੇ ਤੇਰੀ ਹਾਮੀ ਭਰਨੀ ਹੈ, ਨਾ ਮੁਸਲਮਾਨ ਦੀ ਪੀਰ ਨੇ ਹਾਮੀ ਭਰਨੀ ਹੈ। ਕਿਉਂ? ਤੂੰ ਕਿਸੇ ਦਾ ਹੱਕ ਖਾ ਰਿਹਾ ਹੈ। ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ, ਹੱਕ ਖਾਣਾ ਹਿੰਦੂ ਲਈ ਗਊ ਖਾਣ ਦੇ ਬਰਾਬਰ ਹੈ, ਹੱਕ ਖਾਣਾ ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਹੈ। ਸਿੱਧਾ ਹੀ ਪਾਤਸ਼ਾਹ ਨੇ ਕਿਹਾ, ਹੱਕ ਬਰਾਇਆ ਨਾਨਕਾ, ਪੜੋ ਉਸ ਸੁਅਰ ਉਸ ਗਾਏ, ਗੁਰ ਪੀਰ ਹਮ ਤਾ ਪਰੇ, ਜਾ ਮੁਰਦਾਰ ਨਾ ਖਾਏ। ਜਦੋਂ ਮਲਕ ਭਾਗੋ ਵਰਗਿਆਂ ਨੂੰ ਉਪਦੇਸ਼ ਦਿੱਤਾ, ਉਹਨੇ ਕਿਹਾ, ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ। ਸੱਜਣ ਠੱਗ ਨੇ ਕਿਹਾ, ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ। ਜਦੋਂ ਸਿੱਧ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਪਾਏ, ਉਹਨੇ ਵੀ ਕਿਹਾ, ਗੁਰੂ ਨਾਨਕ ਸਾਹਿਬ ਤੁਸੀਂ ਧੰਨ ਹੋ। ਜਦੋਂ ਮੱਕੇ ਕਾਬੇ ਗਏ, ਕਾਜੀ ਰੁਕਨਦੀਨ ਕਹਿੰਦਾ, ਮਹਾਰਾਜ ਆਪਣੇ ਚਰਨਾਂ ਦਾ ਜੋੜਾ ਦੇ ਕੇ ਜਾਓ। ਸਾਹਿਬ ਨੇ ਕਿਹਾ, ਜੋੜਾ ਕੀ ਕਰਨਾ ਹੈ? ਤੁਸੀਂ ਤਾਂ ਇੱਕ ਅਕਾਲ ਪੁਰਖ ਰੱਬ ਅੱਲਾ ਤਾਲਾ ਦੇ ਪੁਜਾਰੀ ਹੋ, ਜੋੜੇ ਥੋੜੀ ਪੂਜਣੇ ਨੇ। ਰੁਕਨਦੀਨ ਨੇ ਕਿਹਾ, ਮਹਾਰਾਜ ਜੋੜਾ ਪਤਾ ਕਿਉਂ ਮੰਗਿਆ? ਅਸੀਂ ਤੁਹਾਡੇ ਦੀਦਾਰ ਪਾਏ ਨੇ ਮੱਕੇ ਵਿੱਚ। ਮਹਾਰਾਜ, ਜਿਨੇ ਜਿਨੇ ਤੁਹਾਨੂੰ ਅੱਜ ਦੀਦਾਰ ਪਾ ਕੇ ਵੇਖਿਆ, 10 ਸਾਲ 20 ਸਾਲ 30 ਸਾਲ 50 ਸਾਲ, ਇੱਕ ਦਿਨ ਆ ਵੇਖਣ ਵਾਲਿਆਂ ਦਾ ਸਰੀਰ ਬਿਨਸ ਜਾਣਾ। ਮਹਾਰਾਜ, ਜੋੜਾ ਤੁਹਾਡਾ ਲੈ ਕੇ ਤਾਂ ਮੱਕੇ ਵਿੱਚ ਰੱਖਣਾ, ਸਾਡੀਆਂ ਪੀੜ੍ਹੀਆਂ ਸਦਾ ਤੱਕ ਯਾਦ ਰੱਖਣ, ਕਦੇ ਮੱਕੇ ਵਿੱਚ ਵੀ ਖੁਦਾ ਦੇ ਚਰਨ ਪਏ ਸੀ। ਮਹਾਰਾਜ, ਤੁਹਾਡੀ ਨਿਸ਼ਾਨੀ ਰੱਖਣੀ ਹੈ। ਅਸੀਂ ਤਾਂ ਤੁਹਾਨੂੰ ਵੇਖਿਆ, ਅਸੀਂ 10 20 50 ਸਾਲਾਂ ਨੂੰ ਮਰ ਜਾਣਾ, ਤੁਹਾਡੀ ਨਿਸ਼ਾਨੀ ਰੱਖਣੀ ਹੈ, ਪੀੜ੍ਹੀਆਂ ਤੱਕ ਕਿਤੇ ਯਾਦ ਰਵੇ, ਮੱਕੇ ਵਿੱਚ ਵੀ ਰੱਬ ਦੇ ਚਰਨ ਪਏ ਸੀ।
ਤਾਂ ਪਾਤਸ਼ਾਹ ਦਾ ਜੋੜਾ ਲੈ ਕੇ ਰੁਕਨਦੀਨ ਨੇ ਮੱਕੇ ਵਿੱਚ ਰੱਖਿਆ। ਭਾਈ ਗੁਰਦਾਸ ਸਾਹਿਬ ਲਿਖਦੇ, ਕਹਿੰਦੇ ਧਰੀ ਨਿਸ਼ਾਨੀ ਕੌਂਸ ਦੀ, ਕੌਂਸ ਕਹਿੰਦੇ ਖੜਾਮ ਨੂੰ, ਪੈਰਾਂ ਦੇ ਜੋੜੇ ਨੂੰ, ਕਹਿੰਦੇ ਧਰੀ ਨਿਸ਼ਾਨੀ ਕੌਂਸ ਦੀ, ਮੱਕੇ ਅੰਦਰ ਪੂਜ ਕਰਾਈ, ਕਰ ਕਰ ਬਾਬਾ ਪੁਜੀਏ, ਹਿੰਦੂ ਮੁਸਲਮਾਨ ਗਵਾਈ, ਜਿੱਥੇ ਜਾਏ ਜਗਤ ਵਿੱਚ ਬਾਬੇ ਵਾਜ ਨਾ ਖਾਲੀ ਜਾਈ। ਕਿਉਂਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥੱਪਣ ਸੋਆ। ਇੱਕ ਵਾਰ ਚਿੱਤ ਜੋੜ ਕੇ ਤੁਸੀਂ ਵੀ ਕਹੋ, ਆਪਣੀ ਹਾਜ਼ਰੀ ਲੱਗੇ। ਕਰ ਕਰ ਬਾਬਾ ਪੁਜੀਏ, ਕਰ ਕਰ ਬਾਬਾ ਪੁਜੀਏ, ਕਰ ਕਰ ਬਾਬਾ ਪੁਜੀ, ਕਰ 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 ਬਾਬਾ ਪੁਜੀਏ, ਕਰ ਕਰ ਬਾਬਾ ਪੁਜੀਏ, ਕਰ ਕਰ ਬਾਬਾ ਪੁਜੀਏ, ਕਰ ਕਰ ਹਿੰਦੂ ਮੁਸਲਮਾਨ ਗਵਾਈ, ਕਰ ਕਰ ਬਾਬਾ ਪੁਜੀਏ, ਕਰ ਕਰ ਬਾਬਾ ਪੁਜੀਏ, ਹਿੰਦੂ ਮੁਸਲਮਾਨ ਗਵਾਈ, ਕਰ ਕਰ ਗੱਜ ਕੇ ਕਰ ਕਰ ਧਰੀ ਨਿਸ਼ਾਨੀ ਕੌਂਸ ਦੀ, ਧਰੀ ਨਿਸ਼ਾਨੀ ਕੌਂਸ ਦੀ, ਧਰੀ ਨਿਸ਼ਾਨੀ, ਵਾਹ ਵਾਹ, ਧਰੀ ਨਿਸ਼ਾਨੀ, ਮੱਕੇ ਅੰਦਰ ਪੂਜ ਕਰਾਈ, ਕਰ ਕਰ ਬਾਬਾ ਪੁਜੀਏ, ਕਰ ਕਰ ਬਾਬਾ ਪੁਜੀਏ, ਮੱਕੇ ਅੰਦਰ ਪੂਜ ਕਰਾਈ, ਕਰ 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 ਗੱਜ ਕੇ ਜਪਿਓ ਧੰਨ ਗੁਰੂ ਨਾਨਕ, 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 ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਨਾਨਕ, 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 ਧੰਨ ਗੁਰੂ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਮੱਕੇ ਅੰਦਰ ਭੋਜ ਕਰਾਈ, ਕਰ ਕਰ ਬਾਬਾ ਪੁਜੀਏ, ਕਰ ਕਰ ਬਾਬਾ ਪੁਜੀਏ, ਮੱਕੇ ਅੰਦਰ ਭੋਜ ਕਰਾਈ, ਕਰ 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 ਆਖੋ ਸਤਨਾਮ ਸ੍ਰੀ। ਜਿੱਥੇ ਜਾਏ ਜਗਤ ਵਿੱਚ ਬਾਬੇ ਬਾਝ ਨਾ ਖਾਲੀ ਜਾਈ। ਜੇ ਮਹਾਰਾਜ ਨਰਮਦਾ ਨਦੀ ਦੇ ਕੰਢੇ ਮੰਦਰ ਓਮਕਾਰੇਸ਼ਵਰ ਦੇ ਮੰਦਰ ਗਏ, ਪੁਜਾਰੀ 40 ਸਾਲ ਦਾ ਪੁਜਾਰੀ ਸੀ, ਉਹਨੇ ਮਹਾਰਾਜ ਦੇ ਚਰਨ ਪੂਜੇ। ਅੱਜ ਵੀ ਪਾਤਸ਼ਾਹ ਦੀ ਉੱਥੇ ਯਾਦਗਾਰ ਬਣੀ ਹੈ। ਜੇ ਉੜੀਸਾ ਵਿੱਚ ਜਗਨਨਾਥਪੁਰੀ ਮੰਦਰ ਵਿੱਚ ਗਏ, ਉੱਥੇ ਬਹਿ ਕੇ ਪਾਤਸ਼ਾਹ ਨੇ ਆਰਤੀ ਉਚਾਰਨੀ ਕੀਤੀ, ਅੱਜ ਤੱਕ ਨਿਸ਼ਾਨੀ ਬਣੀ। ਮੈਂ ਹੁਣ ਵੇਖ ਕੇ ਆਇਆ ਕਲਕੱਤੇ, ਉੱਥੇ ਜਨਮ ਅਸਥਾਨ ਹੈ ਰਵਿੰਦਰ ਨਾਥ ਟੈਗੋਰ ਦਾ, ਹਿੰਦੁਸਤਾਨ ਦਾ ਸਭ ਤੋਂ ਪ੍ਰਸਿੱਧ ਕਵੀ ਹੋਇਆ ਹੈ, ਔਰ ਹਿੰਦੂ ਮਤ ਵਿੱਚ ਪੂਰੇ ਹਿੰਦੁਸਤਾਨ ਵਿੱਚ ਉਹਦਾ ਅਦਬ ਹੈ। ਉਹਨੂੰ ਪੂਰੇ ਵਰਲਡ ਦਾ ਨੋਬਲ ਪੁਰਸਕਾਰ ਮਿਲਿਆ ਹੋਇਆ, ਜਿਹੜਾ ਪੂਰੇ ਵਰਲਡ ਦਾ ਪੁਰਸਕਾਰ ਹੁੰਦਾ, ਨੋਬਲ ਪੁਰਸਕਾਰ। ਉਹਦਾ ਲਿਖਿਆ ਹੋਇਆ ਕਵਿਤਾ ਜਿਹੜੀ ਉਹਦੀ ਗੀਤ ਹੈ ਨਾ, ਉਹ ਸਾਡੇ ਹਿੰਦੁਸਤਾਨ ਦਾ, ਭਾਰਤ ਦਾ ਰਾਸ਼ਟਰੀ ਗੀਤ ਹੈ, ਜਿਹਨੂੰ ਤੁਸੀਂ ਜਨ ਗਣ ਮਨ ਕਹਿੰਦੇ। ਜਿੱਦਣ ਉਹਨੇ ਅਖੀਰ ਤੇ ਉਹਨੇ ਧਾਰਮਿਕ ਕਈ ਕਵਿਤਾਵਾਂ ਗੀਤ ਲਿਖੀਆਂ ਨੇ, ਨੋਬਲ ਪੁਰਸਕਾਰ ਮਿਲਿਆ, ਉਹਦਾ ਲਿਖਿਆ ਹੋਇਆ ਗੀਤ ਰਾਸ਼ਟਰੀ ਗੀਤ ਹੈ।
ਉਹਨੇ ਅਖੀਰ ਤੇ ਜਿਸ ਦਿਨ ਉਹਦੀ ਸਵਾਸ ਛੱਡਣ ਤੋਂ ਪਹਿਲਾਂ, ਮਰਨ ਤੋਂ ਪਹਿਲਾਂ ਉਹਦੀ ਸਟੇਟਮੈਂਟ ਆਈ ਨਾ, ਇੰਟਰਵਿਊ ਹੋਈ, ਉਹਨਾਂ ਕਿਹਾ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਭਾਰਤ ਦੇਸ਼ ਦਾ ਰਾਸ਼ਟਰੀ ਗੀਤ ਤੁਹਾਡਾ ਲਿਖਿਆ ਹੋਇਆ, ਸੈਂਕੜੇ ਕਵੀ ਹੋਏ ਨੇ ਪਰ ਕਿਸੇ ਨੂੰ ਇਹ ਮਾਣ ਨਹੀਂ ਮਿਲਿਆ, ਤੁਹਾਡਾ ਲਿਖਿਆ ਗੀਤ ਰਾਸ਼ਟਰੀ ਗੀਤ ਬਣਿਆ ਭਾਰਤ ਦਾ। ਕਹਿੰਦੇ ਰਵਿੰਦਰ ਨਾਥ ਟੈਗੋਰ ਜੀ, ਕੋਈ ਏਦਾਂ ਦਾ ਗੀਤ ਹੈ ਜਿਹੜਾ ਪੂਰੇ ਵਰਲਡ ਦਾ ਰਾਸ਼ਟਰੀ ਗੀਤ ਬਣ ਗਿਆ? ਇਹ ਤਾਂ ਇੱਕ ਦੇਸ਼ ਦਾ ਹੈ ਨਾ, ਭਾਰਤ ਦਾ, ਦੂਜੇ ਦੇਸ਼ ਵਿੱਚ ਹੋਰ ਪੜਿਆ, ਪੂਰੇ ਵਰਲਡ ਦਾ ਕੋਈ ਸਾਂਝਾ ਰਾਸ਼ਟਰੀ ਗੀਤ ਹੋ ਸਕਦਾ? ਕੋਈ ਏਦਾਂ ਦਾ ਗੀਤ ਹੋ ਸਕਦਾ ਜਿਹੜਾ ਪੂਰੇ ਵਰਲਡ, ਪੂਰੀ ਦੁਨੀਆ ਦੇ ਦੇਸ਼ਾਂ ਦਾ ਸਾਂਝਾ ਗੀਤ ਹੋਵੇ? ਤੇ ਰਵਿੰਦਰ ਨਾਥ ਟੈਗੋਰ ਦਾ ਜਵਾਬ ਸੁਣਿਓ, ਉਹ ਕਹਿੰਦਾ ਲਿਖਿਆ ਤਾਂ ਹੋਇਆ, ਲੋਕਾਂ ਨੂੰ ਸਮਝ ਨਹੀਂ ਆਈ। ਪੂਰੇ ਵਰਲਡ ਦਾ ਸਾਂਝਾ ਇੱਕ ਗੀਤ ਲਿਖਿਆ ਹੋਇਆ ਪਰ ਦੁਨੀਆ ਨੂੰ ਅਜੇ ਤੱਕ ਸਮਝ ਨਹੀਂ ਆਈ। ਜਿੱਦਣ ਸੰਸਾਰ ਦੇ ਲੋਕਾਂ ਨੂੰ ਸਮਝ ਆਏਗੀ, ਦਿਲ ਵਿੱਚੋਂ ਆਪੋ ਆਪਣੇ ਧਰਮਾਂ, ਧਾਰਮਿਕ ਗ੍ਰੰਥਾਂ, ਦੇਸ਼ ਮਜ਼ਹਬਾਂ ਦਾ ਈਰਖਾ ਕੱਢ ਕੇ ਫੈਸਲਾ ਕਰਨਗੇ, ਉਦਣ ਪੂਰੇ ਵਰਲਡ ਦਾ ਇੱਕ ਰਾਸ਼ਟਰੀ ਗੀਤ ਹੋਏਗਾ। ਉਹ ਗੀਤ ਪਤਾ ਕਿਹੜਾ ਹੈ? ਕਹਿੰਦਾ ਲਿਖਿਆ ਤਾਂ ਹੋਇਆ, ਲੋਕਾਂ ਨੂੰ ਸਮਝ ਨਹੀਂ ਪਈ। ਉਹ ਮੇਰੇ ਧੰਨ ਗੁਰੂ ਨਾਨਕ ਸਾਹਿਬ ਦਾ ਲਿਖਿਆ ਆਰਤੀ ਸ਼ਬਦ ਹੈ, ਧਨਾਸਰੀ ਮਹੱਲਾ ਪਹਿਲਾ, ਗਗਨ ਮੇਂ ਥਾਲ ਰਵ ਚੰਦ। ਇਹ ਗੱਲ ਰਵਿੰਦਰ ਨਾਥ ਟੈਗੋਰ ਨੇ ਕਹੀ। ਗੁਰੂ ਨਾਨਕ ਸਾਹਿਬ ਦਾ ਲਿਖਿਆ ਗੀਤ ਪੂਰੇ ਵਰਲਡ ਦਾ ਸਾਂਝਾ ਗੀਤ ਹੈ। ਉਹ ਕੀ ਹੈ? ਗਗਨ ਮੇਂ ਥਾਲ ਰਵ ਚੰਦੀ, ਪਗ ਬਨੇ ਤਾਰਕਾ ਮੰਡਲ ਜਨ ਕਮੋਤੀ, ਧੂਪ ਮਨ ਆਲ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਪੂਰੇ ਵਰਲਡ ਦੇ ਅੰਦਰ ਜਗਦੇ ਹੋਏ ਤਾਰੇ ਜਿਹੜੇ ਨੇ ਉਹ ਮੋਤੀਆਂ ਦੀ ਨਿਆਈ ਨੇ, ਸੂਰਜ ਤੇ ਚੰਦ ਦੋ ਦੀਵੇ ਜਗ ਰਹੇ ਨੇ, ਵਗਦੀ ਹੋਈ ਪੌਣ ਹਵਾ ਚੌਰ ਕਰ ਰਹੀ ਹੈ, ਫੁੱਲਾਂ ਦੀ ਸੁਗੰਧੀ ਆਪਣੇ ਆਪ ਧੂਫ ਹੈ। ਸੱਜਣੋਂ, ਕਰਤੇ ਪੁਰਖ ਦੀ ਕੁਦਰਤ ਦੀ ਆਰਤੀ ਆਪਣੇ ਆਪ ਹੋ ਰਹੀ ਹੈ। ਪਾਤਸ਼ਾਹ ਦਾ ਸਥਾਨ ਉੜੀਸਾ ਵਿੱਚ ਜਗਨਨਾਥਪੁਰੀ ਬਣਿਆ ਹੋਇਆ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਪਾਂ ਵਡਿਆਈ ਕਰ ਰਹੇ। ਇਹ ਪੁਰਬ ਮਨਾਉਣ ਦਾ ਤਾਂ ਫਾਇਦਾ ਜੀ ਜੇ ਆਪਾਂ ਗੁਰੂ ਦੀ ਕੋਈ ਗੱਲ ਮੰਨਦੇ ਹਾਂ, ਪਰ ਅਸੀਂ ਮੰਨਦੇ ਘੱਟ ਹਾਂ, ਸੁਣਨ ਸੁਣਾਉਣ ਵਿੱਚ ਹੀ ਜ਼ੋਰ ਹੈ। ਸਿੱਧੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀ ਹੈ, ਨਾ ਤੁਹਾਡਾ ਸੁਣਨ ਨਾਲ ਇਕੱਲਾ ਭਲਾ ਹੋਣਾ, ਨਾ ਮੇਰਾ ਸੁਣਾਉਣ ਨਾਲ ਭਲਾ ਹੋਣਾ। ਤੁਹਾਡੇ ਉੱਤੇ ਵੀ ਉਹੀ ਲਾਗੂ, ਮੇਰੇ ਤੇ। ਸਿੱਧੀ ਗੱਲ ਸੁਣੇ, ਨਾ ਤੁਹਾਡਾ ਸੁਣਨ ਨਾਲ ਇਕੱਲਾ ਭਲਾ ਹੋਣਾ, ਨਾ ਮੇਰਾ ਸੁਣਾਉਣ ਨਾਲ ਹੋਣਾ। ਮਹਾਰਾਜ ਭਲਾ ਕਿਹਦਾ ਹੋਣਾ ਹੈ? ਕਹਿੰਦੇ ਕਮਾਉਣ ਨਾਲ ਭਲਾ ਹੋਣਾ, ਚਾਹੇ ਸੁਣਨ ਵਾਲਾ ਭਾਵੇਂ ਸੁਣਾਉਣ ਵਾਲਾ, ਇਹ ਕਮਾਉਣ ਵਾਲੇ ਦਾ ਭਲਾ ਹੋਣਾ। ਸਿੱਧਾ ਹੀ ਲਿਖਿਆ, ਕਈ ਵਾਰ ਹੁਕਮਨਾਮਾ ਵੀ ਦਿੰਦੇ ਨੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮ। ਗੁਰੂ ਦਾ ਹੁਕਮ ਮੰਨਣ ਲੱਗ ਜਾਓ। ਸਿੱਧੀ ਗੱਲ ਹੈ, ਹਰ ਬੰਦਾ ਚਾਹੁੰਦਾ ਮੇਰਾ ਭਲਾ ਹੋ ਜਾਏ, ਹਰ ਬੰਦਾ ਚਾਹੁੰਦਾ ਮੈਨੂੰ ਆਹ ਕੁਝ ਮਿਲੇ। ਜੋ ਮਰਜ਼ੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗ ਲਓ, ਲਿਖ ਕੇ ਦਿੱਤਾ, ਜੋ ਮੰਗੇ ਠਾਕੁਰ ਆਪਣੇ। ਉਹੀਓ ਕਹਿ ਸਕਦਾ ਜਿਹਦੇ ਕੋਲ ਸਭ ਕੁਝ ਹੋਵੇ। ਜੇ ਲਿਖਿਆ ਜੋ ਮੰਗੇ ਠਾਕੁਰ ਆਪਣੇ, ਤਾਂ ਇਹ ਵੀ 2 ਵਾਰ ਪੜਿਆ ਜਾਂਦਾ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਪਰ ਮੰਗਣ ਵਾਲੇ ਲਈ ਇੱਕ ਸ਼ਰਤ ਹੈ, ਜੋ ਮਰਜ਼ੀ ਮੰਗ ਲਈ। ਅਰਦਾਸ ਪਤਾ ਕਦੋਂ ਮੁਕੰਮਲ ਹੋਣੀ ਹੈ? ਜਦੋਂ ਸਭ ਕੁਝ ਮੰਗ ਕੇ ਕਵੇਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ, ਫਿਰ ਗੁਆਂਢੀ ਦਾ ਵੀ ਭਲਾ, ਸਭ ਦਾ ਭਲਾ। ਸਿੱਖ ਕਦੇ ਕਿਸੇ ਦਾ ਬੁਰਾ ਨਹੀਂ ਮੰਗ ਸਕਦਾ। ਜੋ ਮੰਗੇਗਾ ਉਹਨੂੰ ਅਖੀਰ ਤੇ ਕਹਿਣਾ ਪੈਣਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਸਰਬੱਤ ਵਿੱਚ ਫਿਰ ਸਾਰੇ ਆ ਜਾਣੇ, ਫਿਰ ਗੁਆਂਢੀ ਦਾ ਵੀ ਭਲਾ। ਪਰ ਸਾਡੀ ਆਦਤ ਹੈ, ਅਸੀਂ ਚਾਹੁੰਦੇ ਮੇਰਾ ਹੋ ਜਾਏ, ਗੁਆਂਢੀ ਦਾ ਬੁਰਾ ਹੋ ਜਾਏ। ਆਪਣੇ ਭਲੇ ਤੋਂ ਲੋਕ ਇੰਨੇ ਨਹੀਂ ਜ਼ਿਆਦਾ ਖੁਸ਼ ਹੁੰਦੇ ਜਿੰਨਾ ਕਿਸੇ ਦੇ ਬੁਰੇ ਤੋਂ ਖੁਸ਼ ਹੁੰਦੇ। ਅੱਜ ਲੋਕ ਆਪਣੇ ਦੁੱਖਾਂ ਤੋਂ ਇੰਨੇ ਦੁਖੀ ਨਹੀਂ ਜਿੰਨੇ ਗੁਆਂਢੀ ਦੇ ਸੁੱਖਾਂ ਤੋਂ ਦੁਖੀ ਹੋ ਰਹੇ। ਉਹ ਕਿਉਂ ਸੁਖੀ ਹੋ ਰਹੇ? ਆਪਣੀ ਔਲਾਦ ਚੰਗੀ ਨਾ ਨਿਕਲੇ ਉਹਦਾ ਘੱਟ ਦੁੱਖ ਹੈ, ਕਿਸੇ ਦਾ ਬੱਚਾ ਚੰਗਾ ਨਿਕਲ ਜਾਏ ਉਹਦਾ ਜ਼ਿਆਦਾ ਦੁੱਖ ਹੈ ਵੀ ਇਹ ਚੰਗਾ ਕਿਉਂ ਨਿਕਲ ਗਿਆ। ਪਿੱਛੇ ਜੇ ਬਿਮਾਰੀ ਫੈਲੀ ਨਾ, ਗਾਵਾਂ ਮਰੀਆਂ ਬਹੁਤ ਲੋਕਾਂ ਦੀਆਂ ਪੰਜਾਬ 'ਚ। ਇੱਕ ਬੰਦਾ ਕਹਿੰਦਾ ਸਾਡੀਆਂ 2 ਗਾਵਾਂ ਮਰ ਗਈਆਂ। ਮੈਂ ਕਿਹਾ ਬਹੁਤ ਮਾੜੀ ਗੱਲ ਹੈ, ਤੁਹਾਨੂੰ ਮਿਹਨਤ ਕਰਨ ਵਾਲੇ ਹੋ, 1.5 ਲੱਖ ਦਾ ਘਾਟਾ ਪੈ ਗਿਆ। ਕਹਿੰਦਾ ਜੀ ਚਲੋ ਉਹ ਤਾਂ ਛੱਡੋ,
पर ना पिंड च होर नहीं किसी की मरी, ਇਹਦਾ मतलब होर किसी की मरी फिर खुश होना। कहना वो तो चलो ठीक है जी, पर पिंड च होर नहीं किसी की मरी, ਇਹਦਾ मतलब अपनियां मरियां का घट दुख है, दूजे का क्यों नहीं नुकसान होया, ਉਹਦਾ ਜ਼ਿਆਦਾ दुख है। वो बंदे कदे सुखी नहीं हो सकते ਜਿਹੜਾ दूजे का बुरा मंग रहे होण। एक माई का मैनू फोन आया अमेरिका तो, कहनी भाई साहब WhatsApp चलाते हो? मैं क्या कदे कदे चलाई दा, कोई फोटो समागम ते भेजनी पैंदी, तो कहनी अपना WhatsApp देखियो जरा, मैं फोटोआं कलियां। ਉਹਦਾ WhatsApp मैं खोल के वेख्या, ओपन किया तो 2 फोटोआं कलियां, 2 लेडीज़ ਦੀਆਂ फोटोआं। मैं कहा भैन जी ये फोटोआं किहदियां कलियां? कहंदी साडी रिश्तेदार आ, ये 2 तीवियां आ, साडियां रिश्तेदार आ। कहनी भाई साहब सानू इन्हीं दुखी किया होया, करी जानियां कुछ साडे घर च करी जानियां। मैं कहा अच्छा कित्थे रहनियां ये? कहनी ये तो पंजाब ही रहनियां। मैं कहा तुसीं कहंदे असीं कैलीफोर्निया रहने। मैं कहा पंजाब तो कैलीफोर्निया हो जांदा कुछ? कहनी भाई साहब लै तुसीं तां इदां कहने, असीं तां बहुत दुखी हाँ। मैं उन्होंने कहा भी भैन जी जे दुखी है मैनू दसो, इंडिया तो अमेरिका आने लई लख 2 लख की टिकट लगती, ये किहड़ा एमाजोन ने नहीं सैटिंग की वे इत्थों भेजी जानी है तुहाडे नूं? वो कहनी भाई साहब जी तुसीं कहनी भला दसो कोई। मैं कहा भी जिहड़ा तुहानूं बाबा कहंदा ना भी आ बीबियां ने कुछ किया तुहाडे घर, उसे बाबे कोलों इलाज पुछो, मैनू ना पुछो। कहनी असीं तुहाडी कथा सुनदे तां सानू कोई राह दसो। मैं कहा भी राह तां फिर गुरू दा है, औखा जरूर है, जे मन लोगे तुसीं सौखे हो जाओगे। राह मेरे गुरू दा, जे तुर पाओगे औखा जरूर है पर तुसीं सौखे हो जाओगे। वो कहनी भाई साहब दसो। मैं उन्होंने कहा जिन्हां बीबियां दीयां फोटोआं घल्लियां ने, सवेरे उठ के रोज कहा कर, हे गुरु नानक साहब इन्हां दा भला करो, हे रब जी इन्हां बीबियां दा भला करो, हे रब जी आ मेरे रिश्तेदारां दा भला करो। बुरे दा भला मंगना शुरू कर, जे बुरे दा भला करन लग पे तुहाडा बुरा कदे भी नहीं हो सकता। जे बुरे दा भला मंगण लग पे तुहाडा बुरा कदे नहीं हो सकता। मैं उन्होंने कहा राह औखा जरूर है पर गुरु दा दस्सिया होया है, जे चल पे तुसीं सौखे हो जाओगे, क्योंकि गुरु दा हुक्म है फरीदा बुरे दा भला कर, पढ़ो फरीदा बुरे दा गुस्सा मन ना ढाए, देही रोग न लगई, पल्ले सब किश क्योंकि फरीदा बुरे दा भला कर। खैरो माई ने कौड़ा जिहा घुट भर के भला मंगना शुरू करता, पातशाह ने नजर किरपा की, ऐसी खेड बनी। हुण मैं तुहानूं WhatsApp विखा सकना, वो 25 दिनों बाद 25 दिनों बाद कहदी भाई साहब जी साडे तां सारे काम सीधे हो गए। आ जिहड़ी हुण ओहदी ताजी एक फोटो भेजी उन्हें, रेंज रोवर गड्डी कढ़ाई है, मैं WhatsApp ओहदा खिच के रखिया होया है। कहती सारे काम सही हो गए। भाई क्यों हो गए? कुदरत का नियम है। आ कणक की बिजाई शुरू हो गई है, बुक भर के किलोआं च कणक बीजी है, 5.5 महीनों बाद ट्रालियां भर के क्वांटलों च कढ़नी है। जे भला चाहते हो कोलों भला करना शुरू करो, तुहाडा अपने आप भला हो जाएगा। पर का बुरा ना रखो चीत तुमको दुख नहीं, भाई फिर मेरे गुरु का हुक्म है, सिखा तू दुख रोग संताप तो डरदे जा, किसे कोलों पुछण ना जाई, किसे कोलों टेवे ना कलाई, किसे नूं हथ ना दिखाई। हथ दिखाउण दे बजाए गुरु अगे हथ जोड़ के कही सतनाम श्री वाहिगुरु। तैनूं गुरु ने लिख के दिता है, दुख रोग संताप उतरे सुनी सच्ची बाणी। गुरु ने लिख के दिता है, सिमरो सिमर सिमर सुख पावो, कल कलेश तन माहे मिटावो। ये अपने घर च रोज जपन लग जाओ। भैनों तुहानूं बेनती है, दिस इज योर होमवर्क, ये तुहाडा रोज का हुण घर का काम है। जदों सवेरे उठ के चाह बनाउंदे हो, सतनाम वाहिगुरु जरूर कहा करो। चाह रखन लग्या ना, किचन च वड़न लग्या सिर ढक के बड़ी दा, हथ धो के सिर ढक के जदों चाह रखो उदों कह दिया करो गैस बालन लग्या सतनाम श्री, खंड पत्ती पाउण लग्या कहता सतनाम श्री, दुध पाउण लग्या चाह च कहा सतनाम श्री वाहिगुरु, बच्चे की परौंठी बनाउण लग्या परौंठा कहता सतनाम श्री
ਵਾਹਿਗੁਰੂ। ਟਿਫਨ 'ਚ ਪਰੌਂਠਾ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਫਿਰ ਵੇਖਿਓ 1 ਮਹੀਨੇ 'ਚ ਤੁਹਾਨੂੰ ਰਿਜ਼ਲਟ ਆਉਣਗੇ, 1 ਮਹੀਨੇ ਵਿੱਚ ਰਿਜ਼ਲਟ ਬੈਕ ਆਉਣਗੇ। ਜਿੱਥੇ ਸਾਰਾ ਹੀ ਟੱਬਰ ਸਵੇਰੇ ਉੱਠ ਕੇ ਵਾਹਿਗੁਰੂ ਕਵੇ, ਉੱਥੇ ਕਿਸੇ ਤਰ੍ਹਾਂ ਦਾ ਕਲੇਸ਼ ਨਹੀਂ ਰਹਿ ਸਕਦਾ। ਜੇ ਆਏਗਾ ਵੀ ਨਾ, ਉਹ ਏਦਾਂ ਲੰਘ ਜਾਣਾ ਜਿਵੇਂ ਹਵਾ ਦਾ ਬੁੱਲਾ ਲੱਗ ਗਿਆ, ਤੁਹਾਡਾ ਨੁਕਸਾਨ ਨਹੀਂ ਕਰਕੇ ਜਾਏਗਾ। ਨਹੀਂ ਤਾਂ ਕਲੇਸ਼ਾਂ ਨੇ ਘਰ ਉਜਾੜਤੇ ਨੇ। ਜੇ ਤੁਸੀਂ ਚਾਹੁੰਦੇ ਹੋ ਭਲਾ ਹੋਵੇ, ਫਿਰ ਗੁਰੂ ਨੇ ਲਿਖ ਕੇ ਦਿੱਤਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਟਾ। ਭੈਣੋ ਇੰਨਾ ਕੁ ਕੰਮ ਕਰ ਲਓਗੇ ਵੀ, ਫਿਰ ਤਾਂ ਪੁਰਬ ਮਨਾਏ ਠੀਕ ਸਫਲ ਹੈ। ਨਹੀਂ ਤਾਂ ਸੁਣ ਕੇ ਗਏ, ਫਿਰ ਲੰਗਰ ਤਾਂ ਤਿਆਰ ਹੀ ਹੈ। ਤੇ ਤੁਹਾਨੂੰ ਬੇਨਤੀ ਹੈ, ਕਰ ਲਓਗੇ ਸਵੇਰੇ ਉੱਠ ਕੇ ਵਾਹਿਗੁਰੂ ਕਹੋਗੇ। ਚਾਹ ਬਣਾਉਣ ਲੱਗਿਆ ਸਿਰ ਢੱਕ ਕੇ ਗੈਸ ਵੱਲ ਹੱਥ ਖੜੇ ਕਰਕੇ ਜਕਾਰਾ ਛੱਡ ਦੇ, ਬੋਲੇ ਸੋ ਨਿਹਾਲ। ਇਹ ਆ ਹੁਣ ਦਿਸ ਇਜ਼ ਯੂਅਰ ਹੋਮ ਵਰਕ। ਇਹ ਤੁਹਾਡਾ ਰੋਜ਼ ਦਾ ਘਰ ਦਾ ਕੰਮ ਹੈ। ਵਾਹਿਗੁਰੂ ਕਹਿਣਾ, ਵਾਹਿਗੁਰੂ ਕਹਿਣਾ। ਲਾਭ ਕੀ ਹੈ? 1 ਚਮਚਾ ਦਹੀਂ ਦਾ 4 ਕਿਲੋ ਦੁੱਧ 'ਚ ਪਾ ਦਿਓ, ਦੁੱਧ ਦਹੀਂ ਬਣ ਜਾਂਦਾ ਹੈ। 5-10 ਵਾਰ ਵਾਹਿਗੁਰੂ ਕਹਿ ਦਿਓ, ਘਰ ਦੇ ਵਿੱਚ ਜਾਗ ਲੱਗ ਜਾਂਦਾ ਵਾਹਿਗੁਰੂ ਦਾ, ਸਿਮਰਨ ਭਗਤੀ ਦਾ ਜਾਗ ਲੱਗ ਜਾਏਗਾ। ਕਈ ਵਿੱਚੋਂ ਬੀਬੀਆਂ ਨੇ ਹੱਥ ਨਹੀਂ ਖੜੇ ਕੀਤੇ, ਉਹਦਾ ਮਤਲਬ ਸਿੱਧਾ ਹੀ ਹੁੰਦਾ ਵੀ ਸਵੇਰ ਵਾਲੀ ਚਾਹ ਤਾਂ ਘਰ ਵਾਲਾ ਬਣਾਉਂਦਾ। ਮੈਂ ਕਾਹਦੇ ਵਾਸਤੇ ਕਹਿਣਾ ਵਾਹਿਗੁਰੂ। ਚਲੋ ਜੇ ਕਿਸੇ ਦੇ ਘਰ ਵਾਲਾ ਵੀ ਬਣਾਉਂਦਾ, ਉਹਨੂੰ ਕਹਿ ਦਿਓ ਸਰਦਾਰ ਜੀ ਤੁਸੀਂ ਵਾਹਿਗੁਰੂ ਕਹਿ ਦਿਓ, ਮੇਰੇ ਨਾਲ ਤੁਸੀਂ ਇਤਰਾਜ਼ ਕਰਨਾ। ਬਾਅਦ 'ਚ ਸਾਰਾ ਕਲੱਬ ਸਾਡਾ ਸ਼ਕਤੀ ਕਲੱਬ ਨੌਜਵਾਨ ਬੈਠੇ, ਇਹਨਾਂ ਨੂੰ ਵੀ ਤੁਸੀਂ ਕਹਿਣਾ ਵੀ ਜਿਹੜਾ ਬਾਬਾ ਆਉਂਦਾ ਬੀਬੀਆਂ ਨੂੰ ਬੜਾ ਕਹਿ ਕੇ ਜਾਂਦਾ, ਇੱਦਾਂ ਕਰੋ ਬੀਬੀਓ, ਇੱਦਾਂ ਕਰੋ। ਬੀਬੀਆਂ ਨੂੰ ਵੀ ਕਹਿ ਦਿਆ ਕਰੋ ਕੁਛ। ਬੀਬੀਆਂ ਨੂੰ ਤਾਂ ਹੱਥ ਜੋੜ ਕੇ ਬੇਨਤੀ ਹੈ, ਆਲਮਗੀਰ ਸਾਹਿਬ ਆ ਗਏ ਨੇ। ਬੀਬੀਆਂ ਨੂੰ ਤਾਂ ਹੱਥ ਜੋੜ ਕੇ ਬੇਨਤੀ ਹੈ, ਵੈਸੇ ਤੁਸੀਂ ਪੜ੍ਹੇ ਲਿਖੇ ਹੋ, ਕਹਿਣ ਦੀ ਲੋੜ ਨਹੀਂ ਹੈ, ਪਰ ਮੈਂ ਗੁਰੂ ਦਾ ਪ੍ਰਚਾਰਕ ਹਾਂ, ਗੁਰੂ ਦੀ ਗੱਲ ਕਹਿਣਾ ਮੇਰਾ ਫਰਜ਼ ਹੈ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਜਿਨ੍ਹਾਂ ਦੇ ਘਰ ਉਹ ਆਉਂਦਾ ਨਾ ਸ਼ਕਤੀ ਵਾਟਰ, ਉਹ ਬੰਦ ਕਰ ਦਿਓ। ਸ਼ਕਤੀ ਵਾਟਰ ਸਮਝਦੇ ਹੋ? ਜਿਹਨੂੰ ਪੀ ਕੇ ਬੰਦਾ ਕਹਿੰਦਾ ਉਹ ਪੈਟਰੋਲ ਪੰਪ ਖਰੀਦ ਲੈਣਾ ਸਵੇਰੇ, ਤੇ ਸਵੇਰੇ ਜਦੋਂ ਉਤਰ ਜਾਂਦੀ ਉਹ ਪੈਸੇ 100 ਰੁਪਈਆ ਘਰ ਵਾਲੀ ਤੋਂ ਮੰਗਦਾ, ਉਹ ਬੰਦ ਕਰ ਦਿਓ। ਸ਼ਰਾਬਾਂ ਨੇ ਘਰ ਉਜਾੜ ਤੇ। ਗੱਲ ਹੱਸਣ ਦੀ ਨਹੀਂ ਹੈ ਸੱਜਣੋ ਕੱਲੀ। ਜਿਨ੍ਹਾਂ ਘਰਾਂ 'ਚ ਸ਼ਰਾਬ ਵੜ ਗਈ, ਘਰਾਂ ਦੇ ਘਰ ਉੱਜੜ ਗਏ, ਨਿੱਕੇ ਨਿੱਕੇ ਬੱਚੇ ਰੁਲ ਗਏ। ਸਾਧ ਸੰਗਤ, ਮੈਂ 5-5, 6-6 ਸਾਲ ਦੇ ਬੱਚੇ ਛੱਡ ਕੇ ਮਾਈਆਂ ਘਰ ਛੱਡ ਕੇ ਜਾਂਦੀਆਂ ਵੇਖੀਆਂ। ਕਿਉਂ? ਉਹ ਕਹਿੰਦੀਆਂ ਇਹਨੇ ਸ਼ਰਾਬ ਹੀ ਨਹੀਂ ਛੱਡੀ ਇੰਨੇ ਸਾਲ। ਕਿਹੜਾ ਘਰ ਦਾ ਕੰਮ ਕਰੇ ਨਾਲੇ ਕੁੱਟ ਖਾਵੇ ਘਰ ਵਾਲੇ, ਖਰਚਿਆਂ ਤੋਂ ਤੰਗ, ਡਾਈਵੋਰਸ ਹੋ ਗਿਆ, ਉਹ ਸ਼ਰਾਬੀ ਰਿਹਾ, ਮਾਈ ਘਰ ਛੱਡ ਕੇ ਬੱਚੇ ਰੁਲ ਗਏ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਘਰ ਨਾ ਉਜਾੜੋ, ਸ਼ਰਾਬ ਨਾ ਵੜਨ ਦਿਓ। ਅੰਮ੍ਰਿਤ ਪੀਣ ਵਾਲੀ ਕੌਮ ਸ਼ਰਾਬ ਦੇ ਨੇੜੇ ਨਹੀਂ ਜਾਂਦੀ। ਤੁਸੀਂ ਅੰਮ੍ਰਿਤਧਾਰੀ ਹੋ ਕੇ ਜੀਓ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ, ਸ਼ਰਾਬ ਨਾ ਘਰ 'ਚ ਲਿਆਓ। ਬਾਣੀ ਪੜ੍ਹੋ, ਨਾਮ ਜਪੋ। ਇਹ ਜੀਵਨ ਸਵਰਗ ਮਿਲਿਆ। ਘਰ 'ਚ ਬਾਣੀ ਪੜ੍ਹ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦਿਓ, ਚੰਗੇ ਪਾਸੇ ਲਾਓ। ਸਭ ਤੋਂ ਕੋਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੇ ਆਪਣੀ ਔਲਾਦ ਹੈ। ਇਹਨਾਂ ਨੂੰ ਗੁਰੂ ਨਾਲ ਜੋੜੋ। ਸਭ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ। ਸਿੱਖ ਕੌਮ ਦੀ ਬਹੁਤ ਹੀ ਪਿਆਰੀ ਸ਼ਖਸੀਅਤ ਸਤਿਕਾਰਯੋਗ ਗਿਆਨੀ ਚਰਨ ਸਿੰਘ ਜੀ ਆਲਮਗੀਰ, ਉਹ ਜਥੇ ਸਮੇਤ ਪਹੁੰਚ ਗਏ ਨੇ। ਬੜੇ ਮਾਣ ਨਾਲ ਪ੍ਰਬੰਧਕਾਂ ਨੇ ਬੁਲਾਇਆ। ਅਗਲਾ ਪ੍ਰੋਗਰਾਮ ਤੁਸੀਂ ਸਰਵਣ ਕਰੋ। ਸਮੁੱਚੇ ਹੀ ਸੁਸਾਇਟੀ ਦਾ, ਸ਼ਕਤੀ ਕਲੱਬ ਵਾਲਿਆਂ ਦਾ ਧੰਨਵਾਦ, ਮਹੱਲਾ ਨਗਰ ਨਿਵਾਸੀਆਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀਆਂ ਤੋਂ ਸਰਵਣ ਕਰੋ। ਅਸੀਸ ਦਿਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ